ਤੁਹਾਡਾ ਮੇਰਾ YouTube ਚੈਨਲ ਤੇ ਇੱਕ ਵਾਰ ਫਿਰ ਸਵਾਗਤ ਆ। ਅੱਜ ਅਸੀਂ ਜਿਹੜੇ ਹੈਗੇ ਆ ਉਹ ਗੱਲਬਾਤ ਕਰਾਂਗੇ ਕਿ ਜਿਹੜੀਆਂ ਪੋਸਟਾਂ ਜਿਹੜੀਆਂ ਹੈਗੀਆਂ ਪੰਜਾਬ ਗੌਰਮੈਂਟ ਵੱਲੋਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਜਿਹੜੀਆਂ ਨਿਕਲੀਆਂ ਹੋਈਆਂ ਨੇ ਮਾਸਟਰ ਕੈਡ ਦੀਆਂ ਅਲੱਗ-ਅਲੱਗ ਵਿਸ਼ੇ ਦੀਆਂ ਪੋਸਟਾਂ ਤੇ ਨਾਲ ਦੀ ਨਾਲ ਜਿਹੜੀ ਹੈਗੀਆਂ ਲੈਕਚਰਰ ਦੀਆਂ ਪੋਸਟਾਂ ਜਿਹੜੀਆਂ ਹੈਗੀਆਂ ਉਹ ਨਿਕਲੀਆਂ ਹੋਈਆਂ ਨੇ ਤੇ ਕਾਫੀ ਬੱਚਿਆਂ ਦੇ ਜਿਹੜੇ ਹੈਗੇ ਉਹ ਮੈਸੇਜ ਆ ਰਹੇ ਗਰੁੱਪ ਦੇ ਵਿੱਚ ਕਿ ਇਹਨਾਂ ਦੀ ਐਲੀਜੀਬਿਲਟੀ ਕਿਹੜੇ ਹੈਗੇ ਆ ਕਿ ਐਲੀਜੀਬਿਲਟੀ ਕੀ ਹੋਵੇਗੀ ਕਿ ਅਸੀਂ ਜਿਹੜੇ ਹੈਗੇ ਉਹ ਲੈਕਚਰਰ ਦੀ ਪੋਸਟਾਂ ਫਿਲ ਕਰਾਂਗੇ ਜਾਂ ਮਾਸਟਰ ਕੈਡ ਦੀ ਪੋਸਟਾਂ ਫਿਲ ਕਰਾਂਗੇ ਕਿ ਅਸੀਂ ਜਿਹੜੇ ਜਿਨ੍ਹਾਂ ਨੇ ਬੱਚਿਆਂ ਨੇ ਪੀਟੈਟ ਦਿੱਤਾ ਹੈਗਾ ਕਿ ਅਸੀਂ ਪੋਸਟਾਂ ਦੇ ਲਈ ਜਿਹੜੀ ਹੈਗੀ ਐਲੀਜੀਬਿਲਟੀ ਸਾਡੀ ਬਣਦੀ ਹੈਗੀ ਆ ਤਾਂ ਕਿਹੜੇ ਡਾਕੂਮੈਂਟ ਜਿਹੜੇ ਹੈਗੇ ਸਾਨੂੰ ਇਸ ਪੋਸਟਾਂ ਦੇ ਲਈ ਚਾਹੀਦੇ ਜ਼ਰੂਰੀ ਹੈਗੇ ਆ। ਤਾਂ ਅਸੀਂ ਆਪਣੀ ਵੀਡੀਓ ਦੇ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਹੈਗੇ ਆ ਕਿ ਤੁਸੀਂ ਅੰਤ ਤੱਕ ਜਿਹੜੀ ਹੈਗੀ ਉਹ ਵੀਡੀਓ ਦੇਖਣੀ ਹੈਗੀ ਆ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਹੜੇ ਬੱਚੇ ਜਿਹੜੇ ਹੈਗੇ ਇਸ ਪੋਸਟਾਂ ਲਈ ਐਲੀਜੀਬਿਲਟੀ ਹੈਗੀ ਆ, ਕਿਹੜੇ ਬੱਚੇ ਜਿਹੜੇ ਹੈਗੇ ਡਿਸਕੁਆਲੀਫਾਈ ਹੋਣਗੇ ਤਾਂ ਤੁਸੀਂ ਕਿਹੜੇ ਸਰਟੀਫਿਕੇਟ ਜਿਹੜੇ ਹੈਗੇ ਉਹ ਡਾਕੂਮੈਂਟ ਜਿਹੜੇ ਹੈਗੇ ਡੇਟ ਤੋਂ ਪਹਿਲਾਂ ਦੇ ਜਿਹੜੇ ਹੈਗੇ ਤੁਹਾਡੇ ਕੋਲ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਆ। ਆਹ ਦੇਖੋ ਜੀ, ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਜਿਹੜੇ ਆਪਾਂ ਦੇਖਦੇ ਹਾਂ ਕਿ ਮੈਥ ਵਿਸ਼ਾ ਜਿਹੜਾ ਹੈਗਾ ਉਹ ਇਹਦੀਆਂ ਪੋਸਟਾਂ ਜਿਹੜੀਆਂ ਹੈਗੀਆਂ ਉਹ ਨਿਕਲੀਆਂ ਹੋਈਆਂ ਨੇ। ਮੈਥ ਦੀਆਂ ਟੋਟਲ ਆਲ ਓਵਰ ਜਿਹੜੀਆਂ ਪੋਸਟਾਂ ਉਹ 912 ਨਿਕਲੀਆਂ ਹੋਈਆਂ ਨੇ, ਜਿਸ ਦੇ ਵਿੱਚ ਹੈਗੀਆਂ ਉਹ ਬੈਕਲੋਗ ਦੀਆਂ 38 ਪੋਸਟਾਂ ਨਿਕਲੀਆਂ ਹੋਈਆਂ ਨੇ ਤਾਂ ਜਿਹੜੀਆਂ ਫਰੈਸ਼ ਪੋਸਟਾਂ ਜਿਹੜੀਆਂ ਨਿਊ ਪੋਸਟਾਂ ਜਿਹੜੀਆਂ ਹੈਗੀਆਂ ਨੇ ਉਹ 874 ਨੇ। ਹੁਣ ਇੱਥੇ ਬੈਕਲੋਗ ਦਾ ਮਤਲਬ ਇਸ ਦਾ ਮਤਲਬ ਇਹ ਹੈ ਕਿ ਆਹ ਦੇਖੋ ਜੀ, ਦੂਸਰੇ ਨੰਬਰ 'ਤੇ ਜਰਨਲ ਥੱਲੇ ਲਿਖਿਆ ਹੋਇਆ SCMB ਦੀਆਂ ਜਿਹੜੀ ਹੈਗੀ 7 ਪੋਸਟਾਂ ਜਿਹੜੀਆਂ ਬੈਕਲੋਗ ਦੀਆਂ ਹੈਗੀਆਂ ਨੇ। ਤਾਂ ਬੈਕਲੋਗ ਦੀਆਂ ਪੋਸਟਾਂ ਜਿਹੜੀ ਜਿਸ ਦਾ ਬੈਕਲੋਗ ਹੋਏਗਾ SCMB ਦਾ ਤੇ ਉਹ SCMB ਦੇ ਵਾਲੇ ਹੀ ਬੱਚੇ ਇਸ ਨੂੰ ਫਿਲ ਕਰ ਸਕਦੇ ਨੇ, ਹੋਰ ਕੋਈ ਨਹੀਂ ਇਸ ਨੂੰ ਫਿਲ ਕਰ ਸਕਦਾ। ਹਾਂ, ਅਦਰਵਾਈਜ਼ SCMB ਦੇ ਮੰਨ ਲਓ ਜੇ 7 ਬੱਚੇ ਜਿਹੜੇ ਹੈਗੇ ਉਹ ਨਹੀਂ ਮਿਲਦੇ ਤਾਂ ਜਿਹੜੀਆਂ ਪੋਸਟਾਂ 1-2 ਬਚਣਗੀਆਂ ਤੋਂ SCRN ਨੂੰ ਮਿਲ ਜਾਂਦੀਆਂ ਹੈਗੀਆਂ। ਠੀਕ ਹੈ ਜੀ, ਇੱਦਾਂ ਚਾਂਸਿਸ ਬਹੁਤ ਘੱਟ ਹੁੰਦੇ ਹੈਗੇ ਆ, ਬੱਚੇ ਬਹੁਤ ਜ਼ਿਆਦਾ ਹੈਗੇ ਆ ਅਤੇ ਪੋਸਟਾਂ ਦੀ ਸਾਰੀ ਜਿਹੜੀ ਹੈਗੀ ਫਿਲ ਹੋ ਜਾਣੀ ਆ। ਇਸੇ ਤਰ੍ਹਾਂ SCRO ਦੀ 6 ਪੋਸਟਾਂ ਨੇ, ਫਿਰ ਜਰਨਲ ਐਕਸ ਸਰਵਿਸਮੈਨ ਦੀਆਂ 9 ਪੋਸਟਾਂ ਨੇ। ਇੱਦਾਂ ਕਰਕੇ ਅਲੱਗ-ਅਲੱਗ ਜਿਹੜੀਆਂ ਹੈਗੀ ਉਹ ਮੈਥ ਦੀਆਂ ਨਿਕਲੀਆਂ ਹੋਈਆਂ ਨੇ। ਹੋਰ ਹੁਣ ਇੱਥੇ ਮੈਥ ਦੀ ਜਿਹੜੀ ਹੈਗੀ ਆ ਉਹ ਤੁਹਾਡੀ ਐਲੀਜੀਬਿਲਟੀ ਕੀ ਬਣਦੀ ਹੈਗੀ ਆ। ਮੈਥ ਜਿਹੜੀ ਹੈਗੀ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਜਿਹੜੇ ਹੈਗੇ ਤੁਹਾਡੇ ਕੋਲ ਜੇ ਤੁਸੀਂ ਜਰਨਲ ਦੀ ਹੈਗੇ ਤਾਂ ਤੁਹਾਡੇ 45 ਮਾਰਕਸ ਜਿਹੜੇ ਹੈਗੇ ਆ ਹੋਣੇ ਬਹੁਤ ਜ਼ਰੂਰੀ ਹੈਗੇ ਆ ਜੀ। ਜੇ ਤੁਸੀਂ ਕੋਈ ਆਪਣੀ ਕੈਟੇਗਰੀ ਦਾ ਜਿਹੜਾ ਹੈਗਾ ਬੈਨੀਫਿਟ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ 45 ਤੋਂ ਘੱਟ ਨੰਬਰ ਹੋਣੇ ਚਾਹੀਦੇ ਹੈਗੇ ਆ। ਤਾਂ ਤੁਹਾਡੇ ਕੋਲ ਜਿਹੜੇ ਹੈਗੇ ਐਜ ਏ ਸਬਜੈਕਟ ਜਿਹੜਾ ਹੈਗਾ B.Ed ਦੇ ਵਿੱਚ ਸਬਜੈਕਟ ਮੈਥ ਹੋਣਾ ਬਹੁਤ ਜ਼ਰੂਰੀ ਸੀ। ਔਰ ਨਾਲ ਦੀ ਨਾਲ ਜਿਹੜਾ ਹੈਗਾ ਜੀ ਦੇਖੋ ਜੀ, ਇੱਥੇ ਹੁਣ ਨਾਲ ਦੀ ਨਾਲ ਜਿਹੜਾ ਹੈਗਾ ਤੁਸੀਂ ਆਪਣੀ ਗ੍ਰੈਜੂਏਸ਼ਨ ਦੇ ਵਿੱਚ ਜਿਹੜੇ ਹੈਗੇ ਆ 3 ਸਾਲ ਤੁਹਾਡੇ ਕੋਲ ਮੈਥ ਤੁਸੀਂ ਪੜ੍ਹਿਆ ਹੋਣਾ ਚਾਹੀਦਾ ਹੈਗਾ। ਇਸੇ ਤਰ੍ਹਾਂ ਸਾਇੰਸ ਦੀ ਵੀ ਸੇਮ ਕਮਿਸ਼ਨ ਇਹੀ ਹੈ, ਸੇਮ ਇਹੀ ਹੋ ਜੀ। ਇਹਨਾਂ ਦੀ ਵੀ ਜਿਹੜੀ ਹੈਗੀਆਂ 859 ਪੋਸਟਾਂ ਨਿਕਲੀਆਂ ਹੋਈਆਂ। 36 ਜਿਹੜੀ ਹੈਗੀਆਂ ਉਹ ਬੈਕਲੋਗ ਦੇ ਬੱਚੇ ਹੀ ਭਰਨਗੇ ਜਿਨ੍ਹਾਂ ਦਾ ਬੈਕਲੋਗ ਨਿਕਲਿਆ ਹੋਇਆ। ਉੱਥੇ ਜਰਨਲ ਵਾਲੇ ਬੱਚੇ ਜਾਂ BC ਵਾਲੇ ਬੱਚੇ ਨਹੀਂ ਭਰ ਸਕਦੇ। ਠੀਕ ਹੈ ਜੀ, ਉਹਨਾਂ ਦੀ ਕੰਡੀਸ਼ਨ ਵੀ ਸੇਮ ਆ। 45 ਤੁਹਾਡੇ ਨੰਬਰ ਜਿਹੜੇ ਹੈਗੇ ਆ ਉਹ ਸਾਇੰਸ ਦੇ ਵਿੱਚ ਜਿਹੜੇ ਹੈਗੇ ਆ B.Ed ਦੇ ਵਿੱਚ ਗ੍ਰੈਜੂਏਸ਼ਨ 'ਚ ਹੋਣੇ ਬਹੁਤ ਜ਼ਰੂਰੀ ਹੈਗੇ ਆ। ਤਾਂ ਇਸੇ ਤਰ੍ਹਾਂ ਤੁਸੀਂ ਦੇਖੋ ਨਾਲ ਦੀ ਨਾਲ ਜਿਹੜਾ ਹੈਗਾ PTET ਕਲੀਅਰ ਹੋਣਾ ਚਾਹੀਦਾ ਹੈਗਾ। ਔਰ ਇੱਥੇ ਹਿੰਦੀ ਦਾ ਵੀ ਦੇਖੋ, ਹਿੰਦੀ ਦੀ ਪੋਸਟਾਂ ਜਿਹੜੀਆਂ ਹੈਗੀਆਂ ਉਹ 205 ਪੋਸਟਾਂ ਜਿਹੜੀਆਂ ਹੈਗੀਆਂ ਉਹ ਫਰੈਸ਼ਰ ਨਿਕਲੀਆਂ ਹੋਈਆਂ ਨੇ। 35 ਜਿਹੜੀ ਹੈਗਾ ਬੈਕਲੋਗ ਹੈਗਾ। ਜਿਨ੍ਹਾਂ ਦਾ ਬੈਕਲੋਗ ਨਿਕਲਿਆ ਹੋਇਆ ਹੈ ਉਹ ਬੈਕਲੋਗ ਬੱਚੇ ਜਿਹੜੇ ਹੈਗੇ ਉਹੀ ਸਿਰਫ ਫਿਲ ਕਰ ਸਕਦੇ ਹੈ ਬੈਕਲੋਗ ਦੀਆਂ, ਹੋਰ ਕੋਈ ਨਹੀਂ ਕਰ ਸਕਦਾ। ਅਤੇ 240 ਪੋਸਟਾਂ ਇਹਨਾਂ ਦੀਆਂ ਹੈਗੀਆਂ ਨੇ। ਹੁਣ ਇੱਥੇ ਤੁਸੀਂ ਦੇਖੋ ਮੇਨ ਜਿਹੜਾ ਹੈਗਾ ਮੈਂ ਵੀਡੀਓ ਬਣਾਈ ਹੈ ਪੰਜਾਬੀ ਵਿਸ਼ੇ ਦੀ ਉੱਤੇ। ਤਾਂ ਦੇਖੋ ਜੀ, ਪੰਜਾਬੀ ਵਿਸ਼ੇ 'ਤੇ ਆਪਾਂ ਜੇ ਗੱਲ ਕਰਦੇ ਹਾਂ ਤਾਂ 32 ਜਿਹੜਾ ਹੈਗਾ ਬੈਕਲੋਗ ਜਿਹੜਾ ਹੈਗਾ ਉਹ ਨਿਕਲਿਆ ਹੋਇਆ ਪੰਜਾਬੀ ਵਿਸ਼ੇ ਦੇ ਲਈ। ਔਰ ਨਾਲ ਦੀ ਨਾਲ 502 ਪੋਸਟਾਂ ਜਿਹੜੀਆਂ ਹੈਗੀਆਂ ਉਹ ਫਰੈਸ਼ ਨਿਕਲੀਆਂ ਹੋਈਆਂ ਨੇ। ਠੀਕ ਹੈ ਜੀ, ਜਿਹਨਾਂ ਵਿੱਚੋਂ ਇਹਨਾਂ ਨੇ ਹੈਗਾ 33 ਕੋਟਾ ਜਿਹੜਾ ਹੈਗਾ ਕੁੜੀਆਂ ਨੂੰ ਮਿਲਦਾ ਹੈਗਾ, ਉਸ ਬਾਰੇ ਵੀ ਮੈਂ ਗੱਲ ਕਰਨਾ ਚਾਹੁੰਦਾ ਹੈਗਾ ਜੀ। 196 ਪੋਸਟਾਂ ਜਿਹੜੀਆਂ ਸਾਥੀਓ ਫਰੈਸ਼ ਨਿਕਲੀਆਂ ਹੋਈਆਂ ਨੇ। ਇਹਨਾਂ ਵਿੱਚ ਜਿਹੜੀ ਹੈਗੀਆਂ 56 ਪੋਸਟਾਂ ਜਿਹੜੀ ਹੈਗੀਆਂ ਉਹ 33 ਜਿਹੜਾ ਮਿਲਦਾ ਹੈ ਕੋਟਾ ਕੁੜੀਆਂ ਨੂੰ ਮਿਲਦਾ ਹੈਗਾ ਉਹ ਕੱਢ ਦਿੱਤਾ ਗਿਆ। ਮੰਨ ਲਓ ਕਿ 196 ਪੋਸਟਾਂ ਨੇ, 56 ਪੋਸਟਾਂ ਦੇ ਉੱਤੇ ਸਿਰਫ ਕੁੜੀਆਂ ਹੀ ਲੱਗਣਗੀਆਂ ਜੀ, ਉੱਥੇ ਮੁੰਡੇ ਨਹੀਂ ਆ ਸਕਦੇ। ਉਹਨਾਂ ਨੇ ਕੋਟਾ ਰਿਜ਼ਰਵ ਕੀਤਾ ਹੋਇਆ। ਠੀਕ ਹੈ ਜੀ, ਇਸੇ ਤਰ੍ਹਾਂ ਮਤਲਬ ਕਿ ਅਲੱਗ-ਅਲੱਗ ਨਿਕਲੀਆਂ ਹੋਈਆਂ। ਔਰ ਇੱਥੇ ਦੇਖੋ ਜਿਹੜੀ ਮੇਨ ਗੱਲ ਜਿਹੜੀ ਹੈਗੀ ਹੈ ਤੁਹਾਡੇ ਕੋਲ ਜਿਹੜੀ ਹੈਗੀ ਹੈ ਗ੍ਰੈਜੂਏਸ਼ਨ ਦੇ ਵਿੱਚ 45% ਹੋਣੇ ਚਾਹੀਦੇ ਆ। ਔਰ ਨਾਲ ਦੀ ਨਾਲ ਤੁਸੀਂ ਜਿਹੜੇ ਹੈਗੇ ਆ ਅਤੇ 3 ਸਾਲ ਵਿੱਚ ਤੁਸੀਂ ਜਿਹੜੀ ਹੈਗੀ ਆ ਐਜ ਏ ਇਲੈਕਟਿਵ ਸਬਜੈਕਟ ਜਿਹਨੂੰ ਕਹਿੰਦੇ ਇਲੈਕਟਿਵ ਪੰਜਾਬੀ ਤੁਹਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈ ਜੀ। ਇਹਨੂੰ ਨੋਟ ਕਰ ਲਓ ਤੁਸੀਂ। ਪੰਜਾਬੀ ਵਾਲੇ ਜਿਨ੍ਹਾਂ ਬੱਚਿਆਂ ਦੀ ਆਪਣੇ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਪੰਜਾਬੀ ਇਲੈਕਟਿਵ ਪੰਜਾਬੀ ਨਹੀਂ ਪੜ੍ਹੀ ਹੋਈ ਉਹ ਬੱਚੇ ਜਿਹੜੇ ਹੈਗੇ ਉਹ ਐਲੀਜੀਬਲ ਨਹੀਂ ਹੈਗੇ। ਠੀਕ ਹੈ, ਉਹ ਚਾਹੇ ਉਹ ਪੋਸਟਾਂ ਇੰਗਲਿਸ਼ ਦੀਆਂ ਨੇ। ਠੀਕ ਹੈ ਜੀ, ਇੰਗਲਿਸ਼ ਦੇ ਵਿੱਚ ਇਲੈਕਟਿਵ ਸਬਜੈਕਟ ਜਿਹੜਾ ਹੈ ਤੁਹਾਡੇ ਕੋਲ ਇੰਗਲਿਸ਼ ਦਾ ਹੋਣਾ ਬਹੁਤ ਜ਼ਰੂਰੀ ਹੈਗਾ।
ਠੀਕ ਹੈ ਜੀ। ਇਹ ਜਿਹੜੀ ਹੈਗੀ ਹੈ ਮੇਨ ਪੁਆਇੰਟ ਇਹ ਹੈਗਾ, ਤੁਹਾਡੇ ਕੋਲ 3 ਸਾਲ ਤੁਸੀਂ ਆਪਣੇ ਇਲੈਕਟਿਵ ਸਬਜੈਕਟ ਪੰਜਾਬੀ ਜਿਹੜਾ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਹੈ, ਇੱਕ ਤਾਂ ਜ਼ਰੂਰੀ ਕੰਪਲਸਰੀ ਹੁੰਦਾ ਹੈਗਾ ਨਾ ਜਰਨਲ ਪੰਜਾਬੀ, ਉਹ ਨਹੀਂ, ਇੱਕ ਇਲੈਕਟਿਵ ਪੰਜਾਬੀ ਜਿਹੜੀ ਹੁੰਦੀ ਹੈਗੀ ਆ, ਜਿਨ੍ਹਾਂ ਨੇ MA ਪੰਜਾਬੀ ਕੀਤੀ ਹੁੰਦੀ ਹੈ ਉਹਨਾਂ ਨੂੰ ਪਤਾ ਹੈਗਾ, ਤਾਂ ਉਹ ਹੋਣੀ ਬਹੁਤ ਜ਼ਰੂਰੀ ਹੈਗਾ। ਜੇ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਹੈਗਾ, ਜੇ ਤੁਸੀਂ ਨਹੀਂ ਕੀਤੇ, ਤਾਂ ਤੁਸੀਂ ਪੇਪਰ ਦੇ ਸਕਦੇ ਹੋ, ਸਭ ਕੁਝ ਹੋਏਗਾ। ਜਦੋਂ ਕਾਉਂਸਲਿੰਗ ਹੋਏਗੀ, ਸਿਕਿਉਰਿਟੀ ਹੋਏਗੀ, ਤੁਹਾਨੂੰ ਉਹਨਾਂ ਲਿਸਟ 'ਚੋਂ ਬਾਹਰ ਕੱਢ ਦੇਣਾ ਹੈਗਾ, ਠੀਕ ਹੈ ਜੀ। ਹੋਰ ਇੱਕ ਹੁਣ ਇਹ ਵੀ ਦੇਖੋ ਜੀ, SST ਸੋਸ਼ਲ ਸਾਇੰਸ ਵਿਸ਼ਾ, ਇਹਦਾ ਬਹੁਤ ਵੱਡਾ ਇਸ਼ੂ ਬਣਿਆ ਸੀ। ਬੱਚੇ ਮੈਸੇਜ ਕਰਕੇ ਪੁੱਛ ਰਹੇ ਸੀ ਕਿ ਇਹਨਾਂ ਦੀ ਐਲੀਜੀਬਿਲਟੀ ਕੀ ਹੈਗੀ ਹੈ ਜੀ। ਦੇਖੋ ਜੀ, ਇਹਨਾਂ ਦੀ ਐਲੀਜੀਬਿਲਟੀ ਵੀ ਸੇਮ ਹੀ ਆ 45। ਔਰ ਜੇ ਤੁਸੀਂ SST ਦੇ ਟੀਚਰ ਲੱਗਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਦੋ ਸਬਜੈਕਟ ਜਿਹੜੇ ਹੈਗੇ ਆ ਐਜ ਏ ਸੋਸ਼ਲ ਸਾਇੰਸ ਦੇ ਹੋਣੇ ਬਹੁਤ ਜ਼ਰੂਰੀ ਆ। ਉਹ ਕਿਹੜੇ ਹੈਗੇ ਆ ਜੀ, ਦੇਖ ਲਓ ਜੀ। ਦੋ ਸਬਜੈਕਟ ਕਿਹੜੇ ਹੈ, ਹਿਸਟਰੀ ਹੈਗੀ ਆ, ਪੋਲੀਟੀਕਲ ਸਾਇੰਸ ਹੈਗੀ ਆ, ਪਬਲਿਕ ਐਡਮਿਨਿਸਟ੍ਰੇਸ਼ਨ ਹੈਗੀ ਆ, ਸਾਈਕੋਲੋਜੀ ਹੈਗੀ ਆ, ਸੋਸ਼ੋਲੋਜੀ ਹੈਗੀ ਆ, ਇਕਨੋਮਿਕਸ ਹੈਗੀ ਆ, ਜਿਓਗ੍ਰਾਫੀ ਹੈਗੀ ਆ, ਫਿਲੋਸਫੀ ਹੈਗੀ ਆ, ਉਹ ਇਨਵਾਇਰਮੈਂਟ ਸਟੱਡੀ ਹੈਗੀ ਆ ਜੀ। ਦੇਖ ਲਓ, ਮੈਂ ਐਗਜ਼ਾਮਪਲ ਦੇਣਾ, ਆਪਣੀ ਉਦਾਹਰਨ ਦੇਣਾ ਕਿ ਮੈਂ B.Ed ਕੀਤੀ ਹੋਈ ਆ, ਤਾਂ ਮੇਰੇ ਗ੍ਰੈਜੂਏਸ਼ਨ ਦੇ ਜਿਹੜੇ ਸਬਜੈਕਟ ਸੀ ਮੇਰੇ ਤੋਂ, ਇੱਕ ਤਾਂ ਇੰਗਲਿਸ਼ ਅਤੇ ਪੰਜਾਬੀ ਜਿਹੜੀ ਹੈਗੀ ਉਹ ਤਾਂ ਜ਼ਰੂਰੀ ਹੈਗੀ। ਇਸ ਤੋਂ ਇਲਾਵਾ ਜਿਹੜੇ ਮੇਰੇ ਸੀ, ਇੱਕ ਸੋਸ਼ੋਲੋਜੀ ਸੀ, ਇੱਕ ਮੇਰੀ ਇਲੈਕਟਿਵ ਪੰਜਾਬੀ ਸੀ, ਔਰ ਤੀਸਰੀ ਮੇਰੀ ਹਿਸਟਰੀ ਸੀ। ਠੀਕ ਹੈ ਸਾਥੀ, ਹੁਣ ਸੁਣੀ ਜਾਓ। ਇਹਨਾਂ ਨੇ ਕੀ ਕਿਹਾ, 2 ਸਬਜੈਕਟ ਸਾਡੇ ਜਿਹੜੇ ਹੈਗੇ ਉਹ SST ਦੇ ਹੋਣੇ ਚਾਹੀਦੇ ਹੈਗੇ ਆ। ਔਰ ਮੇਰੇ ਕਿਹੜੇ ਆ, ਸੋਸ਼ੋਲੋਜੀ ਤਾਂ ਹਿਸਟਰੀ। ਤਾਂ ਮੈਂ ਜਿਹੜਾ ਹੈਗਾ ਉਹ SST ਪੋਸਟ ਦੇ ਲਈ ਜਿਹੜਾ ਹੈਗਾ ਉਹ ਐਲੀਜੀਬਲ ਬਣ ਗਿਆ, ਮੈਂ ਪੋਸਟਾਂ ਫਿਲ ਕਰ ਸਕਦਾ। ਹੋਰ ਮੰਨ ਲਓ ਕਿ ਕੋਈ ਹੋਰ ਜਿਹੜਾ ਹੈਗਾ ਉਹਨਾਂ ਨੇ ਕੀ ਕੀਤਾ ਹੋਇਆ, ਇੱਕ ਸਬਜੈਕਟ ਜਿਹੜਾ ਹੈਗਾ ਉਹ ਇਲੈਕਟਿਵ ਪੰਜਾਬੀ ਰੱਖ ਲਈ ਆ, ਇੱਕ ਹਿਸਟਰੀ ਰੱਖ ਲਈ ਆ, ਤਾਂ ਇੱਕ ਜਿਹੜਾ ਹੈਗਾ ਫਿਜ਼ੀਕਲ ਐਜੂਕੇਸ਼ਨ ਰੱਖ ਲਿਆ। ਬੇਸ਼ੱਕ ਉਸਨੇ B.Ed ਕੀਤੀ ਹੋਈ ਹੈ, ਬੇਸ਼ੱਕ ਉਹਨਾਂ ਦਾ ਜੇ ਜਿਹੜਾ ਤੁਸੀਂ ਕਹਿ ਲਓ ਸਬਜੈਕਟ ਜਿਹੜਾ ਲੈਂਗੁਏਜ ਸਬਜੈਕਟ ਆਪਾਂ ਰੱਖਦੇ ਹੈਗੇ ਆ, ਪੰਜਾਬੀ ਰੱਖਿਆ ਹੋਇਆ ਸੀ ਉਸਨੇ ਜਾਂ SST ਰੱਖਿਆ ਸੀ। ਜਦੋਂ ਤੱਕ ਜਿਹੜੇ ਹੈਗੇ ਆ SST ਵਾਲੇ ਬੱਚਿਆਂ ਦੇ ਕਮਿਊਨੀਕੇਸ਼ਨ ਆਪਣੇ ਕੰਬਾਈਨ ਨਹੀਂ ਹੁੰਦੇ 2 ਸਬਜੈਕਟ SST ਦੇ ਵਿੱਚ, ਉਦੋਂ ਤੱਕ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਣੀ। ਇਸ ਨੂੰ ਤੁਸੀਂ ਨੋਟ ਕਰ ਲੈਣਾ, ਕਿਉਂਕਿ ਕਾਫੀ ਬੱਚੇ ਜਿਹੜੇ ਹੈਗੇ ਆ ਉਹ ਨਵੇਂ ਸਾਡੇ ਨਾਲ ਜੁੜੇ ਹੋਏ ਆ, ਜਿਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ। ਵੀਡੀਓ ਸਾਥੀ ਥੋੜ੍ਹੀ ਲੰਬੀ ਬਣ ਸਕਦੀ ਆ, ਕਿਉਂਕਿ ਤੁਹਾਡੇ ਜਿਹੜੇ ਹੈਗੇ ਆ ਇਹ ਮੇਨ ਕਨਸੈਪਟ ਕਲੀਅਰ ਕਰਾਉਣੇ ਬਹੁਤ ਜ਼ਰੂਰੀ ਹੈਗੇ ਆ, ਕਿ ਕੱਲ੍ਹ ਨੂੰ ਤੁਸੀਂ ਤਿਆਰੀ ਵੀ ਕਰਦੇ ਰਹੋ ਤਾਂ ਤੁਹਾਨੂੰ ਜਿਹੜੇ ਹੈਗੇ ਆ ਤੁਸੀਂ ਫਾਰਮ ਫਿਲ ਕੀਤੀ ਹੈ ਅਤੇ ਤੁਹਾਨੂੰ ਪਰੇਸ਼ਾਨੀ ਹੋਵੇ। ਤਾਂ ਤੁਹਾਡੇ ਜਿਹੜੇ ਡਾਕੂਮੈਂਟ ਜਿਹੜੇ ਹੈਗੇ ਮੈਂ ਅੱਗੇ ਦੱਸਣਾ ਜਾ ਰਿਹਾ ਕਿ ਕਿਹੜੇ ਡਾਕੂਮੈਂਟ ਹੈਗੇ ਆ। ਉਹ 30 ਤਰੀਕ ਤੁਹਾਡੀ ਲਾਸਟ ਡੇਟ ਹੈਗੀ ਆ, 30 ਜਨਵਰੀ। ਔਰ 30 ਜਨਵਰੀ ਤੋਂ ਪਹਿਲਾਂ ਤੁਹਾਡੇ ਡਾਕੂਮੈਂਟ ਜਿਹੜੇ ਹੈਗੇ ਉਹ ਬਣੇ ਹੋਣੇ ਚਾਹੀਦੇ ਹੈ। ਜੇ 30 ਜਨਵਰੀ ਤੋਂ ਬਾਅਦ ਤੁਸੀਂ ਕੋਈ ਡਾਕੂਮੈਂਟ ਬਣਾਉਂਦੇ ਹੈਗੇ ਹੋ ਤਾਂ ਤੁਸੀਂ ਡਿਸਕੁਆਲੀਫਾਈਡ ਹੋ, ਤਾਂ ਤੁਹਾਨੂੰ ਸਕੂਟਨੀ ਵਿੱਚ ਕਾਉਂਸਲਿੰਗ ਦੇ ਵਿੱਚ ਉਹਨਾਂ ਨੇ ਕੱਢ ਦੇਣਾ ਹੈਗਾ। ਕਿਉਂਕਿ 35-82 ਦੇ ਵਿੱਚ ਸਾਡੇ ਨਾਲ ਹੋ ਚੁੱਕਿਆ ਕਾਫੀ ਸਾਥੀਆਂ ਦੇ ਨਾਲ, ਉਹ ਤੁਹਾਨੂੰ ਮੈਂ ਸਾਰਾ ਦੱਸਾਂਗਾ। ਹੋਰ ਤੁਹਾਡਾ ਪੇਪਰ ਐਗਜ਼ਾਮ ਕਦੋਂ ਹੋਏਗਾ ਇਸ ਬਾਰੇ ਵੀ ਅਸੀਂ ਅੱਗੇ ਜ਼ਿਕਰ ਕਰਦੇ ਹਾਂ, ਠੀਕ ਹੈ ਜੀ। ਹੋਰ ਤੁਹਾਡੇ ਜਿਹੜੇ ਹੈਗੇ 3 ਸਾਲ ਦੇ ਵਿੱਚ ਜਿਹੜੇ ਹੈਗੇ ਇਲੈਕਟਿਵ ਤੁਸੀਂ ਪੜ੍ਹੀ ਹੋਣੀ ਚਾਹੀਦੀ ਹੈਗੀ ਹੈ ਜੀ, ਬਹੁਤ ਜ਼ਰੂਰੀ ਹੈਗਾ। ਤਾਂ ਹੀ ਤੁਸੀਂ ਜਿਹੜੇ ਹੈਗੇ ਆ ਉਹ ਪੰਜਾਬੀ ਦੇ ਲਈ ਹੋਰ SST ਲਈ ਤੁਹਾਡੇ ਕੋਲ 2 ਸਬਜੈਕਟ ਹੋਣੇ ਚਾਹੀਦੇ ਹੈਗੇ ਆ। ਮੰਨ ਲਓ ਕਿ ਤੁਸੀਂ ਹਿਸਟਰੀ ਕੀਤੀ ਹੈ, ਹਿਸਟਰੀ ਨਾਲ ਤੁਹਾਡੇ ਕੋਲ ਪੋਲੀਟੀਕਲ ਸਾਇੰਸ ਹੋ ਜੇ, ਜਾਂ ਤੁਹਾਡੇ ਕੋਲ ਸਾਈਕੋਲੋਜੀ ਹੋ ਜੇ, ਜਾਂ ਇਕਨੋਮਿਕਸ ਹੋ ਜੇ, ਜਾਂ ਜਿਓਗ੍ਰਾਫੀ ਹੋ ਜੇ, ਜਿਨ੍ਹਾਂ ਦਾ ਸੰਬੰਧ ਜਿਹੜਾ ਹੈਗਾ SST ਨਾਲ ਹੁੰਦਾ ਹੈਗਾ, ਠੀਕ ਹੈ ਜੀ। ਉਹ ਪੇਪਰ ਦੇ ਵਿੱਚ ਵੀ ਇੱਦਾਂ ਹੀ, ਪੇਪਰ ਦੇ ਵਿੱਚ ਜਦੋਂ ਪੇਪਰ ਹੁੰਦਾ ਹੈਗਾ 150 ਨੰਬਰ ਦਾ ਪੇਪਰ ਹੁੰਦਾ ਹੈਗਾ, ਉਹਦੇ ਵਿੱਚ ਤੁਸੀਂ ਜਿਹੜੇ ਹੈਗੇ ਆ 75 ਦੀ ਜਿਹੜੀ ਹੈਗੀ ਆ ਉਹ ਹਿਸਟਰੀ ਕਰਦੇ ਹੋ, ਅਤੇ 75 ਕਈ ਬੱਚੇ ਜਿਹਨਾਂ ਦੀ ਜਿਓਗ੍ਰਾਫੀ ਦੀ ਕਮਾਂਡ ਉਹ ਜਿਓਗ੍ਰਾਫੀ ਕਰ ਲੈਂਦੇ ਆ, ਜਿਨ੍ਹਾਂ ਦੀ ਸਿਵਿਕਸ ਦੀ ਕਮਾਂਡ ਅੱਛੀ ਉਹ ਸਿਵਿਕਸ ਕਰ ਲੈਂਦੇ ਹੈਗੇ ਆ, ਜਿਨ੍ਹਾਂ ਦੀ ਇਕਨੋਮਿਕਸ ਦੀ ਹੁੰਦੀ ਆ ਉਹ ਇਕਨੋਮਿਕਸ ਕਰ ਲੈਂਦੇ ਆ। ਉਹ ਤੁਹਾਡੇ 'ਤੇ ਔਨ ਦੀ ਸਪੋਰਟ ਤੁਸੀਂ ਆਪਣੀ ਜਿਹੜੀ ਹੈਗੀ ਆ ਉਹ ਦੇਖਣਾ ਹੁੰਦਾ ਕਿ ਤੁਸੀਂ ਜਿਹੜੇ 150 ਕੁਐਸਚਨ ਕਰਨੇ ਹੈਗੇ ਆ ਉਹ ਕਿਹੜੇ ਕਰਨੇ ਹੈਗੇ, 4 ਪੋਰਸ਼ਨਾਂ ਦੇ ਵਿੱਚ ਜਿਹੜਾ ਹੁੰਦਾ ਪੇਪਰ ਆਪਸ਼ਨ ਵਿੱਚ ਹੁੰਦਾ ਹੈਗਾ, ਠੀਕ ਹੈ ਜੀ ਸਾਥੀਓ। ਇਹ ਹੋ ਗਿਆ ਤੁਹਾਡਾ SST ਦਾ ਕੰਪਲੀਟ। ਅੱਗੇ ਦੇਖੋ ਜੀ, ਇੰਗਲਿਸ਼ ਦਾ ਤੁਹਾਨੂੰ ਮੈਂ ਦੱਸਦਾ ਹੈਗਾ, ਸੇਮ ਜਿਹੜੀ ਹੈਗੀਆਂ 790 ਪੋਸਟਾਂ ਨਿਕਲੀਆਂ, ਬੈਕਲੋਗ ਦੀਆਂ 67 ਨੇ, ਠੀਕ ਹੈ ਜੀ। ਉਹਦੇ ਵਿੱਚ ਜਿਹੜੀ ਹੈਗੀ 234 ਪੋਸਟਾਂ ਜਿਹੜੀ ਹੈਗੀਆਂ ਇਹਨਾਂ ਨੇ ਕੁੜੀਆਂ ਦਾ ਕੋਟਾ ਜਿਹੜਾ ਕੈਪਟਨ ਅਮਰਿੰਦਰ ਦੇ ਗਿਆ ਹੋਇਆ, 33 ਜਿਹੜਾ ਹੈਗਾ ਉਹਦੇ ਵਿੱਚ ਕਰ ਦਿੱਤੀਆਂ ਹੋਈਆਂ ਹੈ। ਇਹਨਾਂ ਦੀ ਵੀ ਸੇਮ ਹੈਗੀ ਆ ਤੁਹਾਡੀ ਇਹਦੇ ਵਿੱਚ, ਕਿਉਂਕਿ ਇੰਗਲਿਸ਼ ਵੀ ਇੱਕ ਸਬਜੈਕਟ ਜਿਹੜਾ ਹੈਗਾ ਇਲੈਕਟਿਵ ਸਬਜੈਕਟ ਹੈਗਾ, ਅਤੇ 3 ਸਾਲ ਦੇ ਵਿੱਚ ਤੁਸੀਂ ਐਜ ਏ ਇਲੈਕਟਿਵ ਸਬਜੈਕਟ ਇੰਗਲਿਸ਼ ਦਾ ਪੇਪਰ ਤੁਹਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈਗੀ ਆ ਜੀ। ਜੇ ਤੁਹਾਡੇ ਕੋਲ ਐਲੀਜੀਬਿਲਟੀ ਨਹੀਂ ਹੈਗੀ ਤਾਂ ਤੁਸੀਂ ਜਿਹੜੇ ਹੈਗੇ ਇੰਗਲਿਸ਼ ਦੇ ਲਈ ਜਿਹੜੀ ਹੈਗੀ ਉਹ ਐਲੀਜੀਬਿਲਟੀ ਨਹੀਂ ਹੈਗੀ। ਪਹਿਲੀ ਵਾਰ ਜਿਹੜਾ ਹੈਗਾ ਇਹਨਾਂ ਨੇ ਮਿਊਜ਼ਿਕ ਦੀਆਂ ਪੋਸਟਾਂ ਵੀ ਕੱਢੀਆਂ ਹੋਈਆਂ ਨੇ, ਠੀਕ ਹੈ ਜੀ। ਮਿਊਜ਼ਿਕ ਤੁਸੀਂ ਦੇਖ ਸਕਦੇ ਹੋ 55% ਤੁਹਾਡੇ ਜਿਹੜੇ ਹੈਗੇ ਗ੍ਰੈਜੂਏਸ਼ਨ ਦੇ ਵਿੱਚ ਹੋਣੇ ਚਾਹੀਦੇ ਹੈਗੇ। ਤਾਂ B.Ed ਦੇ ਵਿੱਚ ਤੁਸੀਂ B.Ed ਦੇ ਵਿੱਚ ਐਜ ਏ ਟੀਚਿੰਗ ਸਬਜੈਕਟ ਐਜ ਪਰ ਗਾਈਡਲਾਈਨਸ ਆਫ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਮਿਊਜ਼ਿਕ ਜਿਹੜਾ ਤੁਹਾਡੇ ਕੋਲ ਐਜ ਏ ਸਬਜੈਕਟ ਹੋਣਾ ਚਾਹੀਦਾ ਹੈ B.Ed ਦੇ ਵਿੱਚ, ਠੀਕ ਹੈ ਜੀ। ਇਹ ਫਿਜ਼ੀਕਲ ਐਜੂਕੇਸ਼ਨ ਦੇ ਵੀ ਇੱਦਾਂ ਕੱਢੀਆਂ ਹੋਈਆਂ ਜੀ। ਹੁਣ ਤੁਸੀਂ ਦੇਖੋ ਜੀ ਇਹਨਾਂ ਦਾ ਜਿਹੜੀ ਹੈਗੀ ਹੈ, ਮੈਂ ਤੁਹਾਨੂੰ
ਮੇਨ ਗੱਲ ਜਿਹੜੀ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਜੀ, ਜਿਹੜੀ ਜਰਨਲ ਵਾਲੇ ਉਹਨਾਂ ਦੀ ਉਮਰ ਜਿਹੜੀ ਹੈਗੀ ਆ ਉਹ 1/1/2021 ਤੋਂ ਲੈ ਕੇ 18 ਤੋਂ 37 ਸਾਲ ਹੋਣੀ ਚਾਹੀਦੀ ਹੈਗੀ ਆ। ਜੇ ਤੁਸੀਂ ਕੋਈ ਅਦਰ ਕੈਟੇਗਰੀ ਤੋਂ ਜੈਸੀ SC ਹੋ ਚਾਹੇ BC ਹੋ ਤਾਂ ਤੁਹਾਡੀ ਜਿਹੜੀ ਹੈਗੀ ਆ 42 ਸਾਲ ਜਿਹੜੀ ਹੈਗੀ ਆ, 40 ਸਾਲ ਜਿਹੜੀ ਹੈਗੀ ਆ BC ਲਈ ਔਰ 42 ਸਾਲ SC ਲਈ ਜਿਹੜੀ ਹੈਗੀ ਉਹ ਜ਼ਰੂਰੀ ਹੈਗੀ ਆ। ਹੋਰ ਤੁਸੀਂ ਇੱਥੇ ਦੇਖੋ ਜੀ, ਜਿਹੜੀ ਮੇਨ ਗੱਲ ਜਿਹੜੀ ਹੈਗੀ ਆ, ਜਿਹਨਾਂ ਦੀ ਫੀਸ ਜਿਹੜੀ ਹੈਗੀ ਆ ਉਹ ਜਰਨਲ ਦੀ 1000 ਰੁਪਈਆ ਹੈਗੀ ਆ, ਨਾਲ BC ਦੀ ਵੀ 1000 ਰੁਪਈਆ ਹੈਗੀ ਹੈ। ਜੇ ਤੁਸੀਂ SC ST ਦੀ ਹੋ ਤਾਂ 500 ਰੁਪਈਆ। ਜੇ ਤੁਸੀਂ ਸਾਬਕਾ ਸਰਵਿਸਮੈਨ ਖੁਦ ਹੋ, ਸੈਲਫ ਹੋ, ਤਾਂ ਤੁਹਾਡੀ ਕੋਈ ਫੀਸ ਨਹੀਂ ਹੈਗੀ। ਉਹ ਇੱਥੇ ਤੁਸੀਂ ਜਿਹੜੀ ਹੈਗੀ ਆ ਮੇਨ ਗੱਲ 7 ਨੰਬਰ ਪੁਆਇੰਟ ਜੀ, ਇਸ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਸੀ ਇਹ ਵਾਲੀ। ਆ ਦੇਖੋ ਜੀ, SC BC ਵਾਲੇ ਜਿਹੜੇ ਹੈਗੇ ਬੱਚੇ ਜੀ, ਇਸ ਨੂੰ ਨੋਟ ਕਰ ਲੈਣ। ਇਹਨਾਂ ਨੇ ਕੀ ਲਿਖਿਆ ਹੋਇਆ ਇਸ ਤੁਸੀਂ ਪੜ੍ਹ ਲਿਓ। ਇਹਦੇ ਅਨੁਸਾਰ ਜਿਹੜਾ ਹੈਗਾ, ਜਿਹੜੇ ਉਮੀਦਵਾਰ ਅਨੁਸੂਚਿਤ ਜਾਤੀ ਜਾਂ ਪਿਛੜੀ ਜਾਤੀ ਦੇ ਰਖਵਾਨ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਦੇ ਜਾਤੀ ਸਰਟੀਫਿਕੇਟ ਜੋ ਕਿ ਸੰਬੰਧਿਤ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤੇ ਹੋਣੇ ਚਾਹੀਦੇ ਹੈਗੇ ਆ। ਤਾਂ ਠੀਕ ਹੈ ਜੀ। ਇਸ ਫਿਰ ਅਨੁਸੂਚਿਤ ਜਾਤੀ ਅਤੇ ਪਿਛੜੀ ਜਾਤੀ ਦੀ ਇਹ ਇਸਤਰੀ ਉਮੀਦਵਾਰ ਜਿਨ੍ਹਾਂ ਨੇ ਸਰਟੀਫਿਕੇਟ ਵਿਆਹ ਉਪਰੰਤ ਪਤੀ ਦੇ ਨਾਂ 'ਤੇ ਬਣੇ ਹਨ, ਉਹਨਾਂ ਨੂੰ ਇਸਤਰੀ ਉਮੀਦਵਾਰਾਂ ਨੂੰ ਸਕਰੂਟਨੀ ਸਮੇਂ ਉਹ ਸਰਟੀਫਿਕੇਟ ਜਿਸ ਵਿੱਚ ਪਤਾ, ਨਾਮ ਦਰਜ ਅਤੇ ਪਿਤਾ ਦਾ ਅਨੁਸੂਚਿਤ ਜਾਤੀ ਜਾਂ ਪਿਛੜੀ ਸਰਟੀਫਿਕੇਟ ਦਾ ਸਬੂਤ ਵਜੋਂ ਪੇਸ਼ ਕਰਨਾ ਹੋਵੇਗਾ। ਇਹ ਲਾਈਨ ਜਿਹੜੀ ਹੈਗੀ ਆ ਬਹੁਤ ਮਹੱਤਵਪੂਰਨ ਹੈਗੀ ਆ। ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ, ਉਹ ਜਿਨ੍ਹਾਂ ਨੇ ਪਹਿਲੀ ਕੋਈ ਚੈਨਲ ਮੇਰਾ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਦੇ ਨਾਲ ਜੁੜ ਜਾਣ, ਚੈਨਲ ਨੂੰ ਲਾਈਕ ਕਰਨ, ਸ਼ੇਅਰ ਕਰਨ, ਤਾਂ ਜੋ ਅਸੀਂ ਜਿਹੜੀ ਹੈਗੀ ਆ, ਜਦ ਤੱਕ ਤੁਹਾਡਾ ਐਗਜ਼ਾਮ ਨਹੀਂ ਹੁੰਦਾ, ਤੁਹਾਨੂੰ ਜਿਹੜੇ ਹੈਗੇ ਆ ਜੋ ਵੀ ਪੱਤਰ ਜਿਹੜੇ ਜਾਰੀ ਹੁੰਦੀ ਹੈਗੀ ਆ ਟਾਈਮ ਟੂ ਟਾਈਮ ਜਿਹੜੀ ਹੈਗੀ ਬੱਚਿਆਂ ਨੂੰ ਨਹੀਂ ਪਤਾ ਲੱਗਦੇ ਹੈਗੇ ਆ, ਮੇਰੇ ਚੈਨਲ ਦੇ ਰਾਹੀਂ ਤੁਹਾਨੂੰ ਸਾਰੀ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਬਿਲਕੁਲ ਰਾਈਟ ਅਤੇ ਸਭ ਤੋਂ ਪਹਿਲਾਂ ਮਿਲਦੀ ਰਹੇਗੀ। ਇੱਥੇ ਇਸ ਕਹਿਣ ਦਾ ਮਤਲਬ ਇਹੀ ਹੈ ਕਿ BC ਵਾਲੇ ਜਿਹੜੇ ਬੱਚੇ ਹੈਗੇ ਆ, ਜਿਹੜੇ ਬੱਚੇ ਕੁੜੀਆਂ ਜਿਹੜੀਆਂ BC ਵਾਲੀਆਂ, ਸਪੈਸ਼ਲੀ ਤੌਰ 'ਤੇ BC SC ਵਾਲੇ, ਠੀਕ ਹੈ ਜੀ, ਜਿਹੜੀ ਕੁੜੀਆਂ ਜਿਹੜੀ ਹੈਗੀਆਂ ਵਿਆਹੀਆਂ ਜਾਂਦੀਆਂ ਹਨ, ਠੀਕ ਹੈ ਜੀ, ਵਿਆਹ ਤੋਂ ਬਾਅਦ ਜਿਹੜੇ ਹੈਗੇ ਆ ਤੁਹਾਡਾ ਸਰਟੀਫਿਕੇਟ ਜਿਹੜਾ ਤੁਸੀਂ ਆਪਣਾ SC ਦਾ ਆਪਣਾ ਬੈਨੀਫਿਟ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜਿਹੜਾ ਹੈਗਾ ਸਰਟੀਫਿਕੇਟ ਤੁਹਾਡੇ ਪਿਤਾ ਜੀ ਦੇ ਨਾਮ 'ਤੇ ਬਣਿਆ ਹੋਣਾ ਚਾਹੀਦਾ ਹੈਗਾ। ਇਹ ਤੁਸੀਂ ਨੋਟ ਕਰ ਲੈਣਾ ਹੈਗਾ ਜੀ, ਬਿਲਕੁਲ ਠੀਕ ਹੈ ਜੀ। ਜਿਹੜਾ ਤੁਹਾਡਾ ਸਰਟੀਫਿਕੇਟ ਤੁਸੀਂ ਬਣਾਉਣਾ ਹੈਗਾ ਉਹ ਤੁਹਾਡੇ ਪਿਤਾ ਜੀ ਦੇ ਨਾਮ 'ਤੇ ਬਣਿਆ ਹੋਣਾ ਚਾਹੀਦਾ ਹੈਗਾ ਜੀ, ਤੁਹਾਡੇ ਪਤੀ ਦੇ ਨਾਮ 'ਤੇ ਨਹੀਂ ਚੱਲੇਗਾ। ਜੇ ਤੁਹਾਡੇ ਪਤੀ ਦੇ ਨਾਮ 'ਤੇ ਹੋਏਗਾ ਤਾਂ ਤੁਹਾਨੂੰ ਡਿਸਕੁਆਲੀਫਾਈ ਮੰਨਿਆ ਜਾਏਗਾ ਅਤੇ ਤੁਸੀਂ ਕਾਉਂਸਲਿੰਗ ਦੇ ਵਿੱਚ ਜਿਹੜੇ ਹੈਗੇ ਆ ਉਹ ਕੱਢੇ ਜਾਵੋਗੇ। ਔਰ ਤੁਹਾਡਾ ਜਿਹੜਾ ਹੈਗਾ ਇਹ ਸਰਟੀਫਿਕੇਟ ਜਿਹੜਾ ਹੈਗਾ ਉਹ 30 ਤਰੀਕ ਤੋਂ ਪਹਿਲਾਂ ਬਣਿਆ ਹੋਣਾ ਚਾਹੀਦਾ ਸਾਥੀਓ। ਇਸ ਨੂੰ ਤੁਸੀਂ ਜਿਹੜੇ ਹੈਗੇ ਆ ਉਹ ਬਿਲਕੁਲ ਨੋਟ ਕਰ ਲੈਣਾ ਹੈਗਾ ਜੀ। ਇਹ ਗੱਲ ਬਹੁਤ ਛੋਟੀ ਵੀ ਨਹੀਂ ਹੈਗੀ, ਬਹੁਤ ਵੱਡੀ ਗੱਲ ਹੈਗੀ ਆ ਕਿ ਬਹੁਤ ਹੀ ਕੁੜੀਆਂ ਦੇ ਸਰਟੀਫਿਕੇਟ ਉਹਨਾਂ ਦੇ ਪਤੀ ਦੇ ਨਾਮ 'ਤੇ ਬਣੇ ਜਾਂਦੇ ਹੈਗੇ ਆ। ਪਰ ਇੱਥੇ ਕਿਉਂਕਿ ਜਦੋਂ ਵੀ ਅਸੀਂ ਕਿਸੇ ਕੈਟੇਗਰੀ ਦਾ ਬੈਨੀਫਿਟ ਲੈਣਾ ਹੁੰਦਾ ਹੈਗਾ ਤਾਂ ਕੈਟੇਗਰੀ ਜਿਹੜੀ ਹੈਗੀ ਆ ਹਮੇਸ਼ਾ ਪਿਤਾ ਦੇ ਨਾਮ 'ਤੇ ਮਿਲਦੀ ਹੈਗੀ ਆ, ਪਤੀ ਦੇ ਨਾਮ 'ਤੇ ਨਹੀਂ ਮਿਲਦੀ ਹੈਗੀ। ਇਸ ਨੂੰ ਤੁਸੀਂ ਪੁਆਇੰਟ ਨੂੰ ਨੋਟ ਕਰ ਲੈਣਾ ਅਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਬੱਚਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਔਰ ਸੈਕਿੰਡ ਪੁਆਇੰਟ ਦੇਖੋ, ਪਿਛੜੀ ਸ਼੍ਰੇਣੀ ਦਾ ਸਰਟੀਫਿਕੇਟ ਉਦੋਂ ਤੱਕ ਵੈਲਿਡ ਮੰਨਿਆ ਜਾਵੇਗਾ ਜਦੋਂ ਤੱਕ ਪ੍ਰਾਰਥੀ ਕ੍ਰਿਮੀਨਲ ਦੇ ਦਾਇਰੇ ਵਿੱਚ ਨਹੀਂ ਆ ਜਾਂਦਾ, ਠੀਕ ਹੈ ਜੀ। ਇੱਕ ਨਾ ਜਦੋਂ ਤੁਹਾਡੀ ਕਾਉਂਸਲਿੰਗ ਹੁੰਦੀ ਹੈਗੀ ਤੁਹਾਨੂੰ ਇੱਕ ਸਰਟੀਫਿਕੇਟ ਜਿਹੜਾ ਹੈਗਾ ਕਲੇਮ ਦਾ ਤੁਹਾਨੂੰ ਇੱਕ ਨਾ ਕੀ ਕਹਿੰਦੇ ਡਾਕੂਮੈਂਟ ਦੇ ਉਹਨਾਂ ਨੂੰ ਜਮ੍ਹਾਂ ਕਰਵਾਉਣੇ ਪੈਂਦਾ ਹੈਗਾ। ਤੁਸੀਂ ਉਹ ਬਹੁਤ ਵੱਡਾ ਪ੍ਰੋਸੈਸ ਹੈਗਾ, ਤੁਹਾਨੂੰ ਅੱਗੇ ਵੀਡੀਓ ਮੈਂ ਅਲੱਗ ਤੌਰ 'ਤੇ ਬਣਾ ਦੇਵਾਂਗਾ। ਉਹਦੇ ਵਿੱਚ ਤੁਸੀਂ ਜਿਹੜੀ ਹੈਗੀ ਆਪਣੀ ਇਨਕਮ ਜਿਹੜੀ ਹੈਗੀ 7 ਲੱਖ ਤੋਂ ਜਾਂ 8 ਲੱਖ ਤੋਂ ਜਿਹੜੀ ਹੈ ਘੱਟ ਦਿਖਾਉਣੀ ਪੈਂਦੀ ਹੈਗੀ ਹੈ। ਜੇ ਉਹਦੇ ਵਿੱਚ ਦਾਇਰੇ ਵਿੱਚ ਜਿਹੜੀ ਹੈਗੀ ਹੈ ਤੁਸੀਂ ਦਾਇਰੇ ਵਿੱਚ ਆਉਣਾ ਨਹੀਂ ਆਉਂਦੇ, ਫਿਰ ਤੁਸੀਂ ਜਿਹੜੇ ਹੈਗੇ ਤੁਹਾਡੇ 'ਤੇ ਕੋਈ ਵੀ ਮਤਲਬ ਕੀ ਹੈ ਕਲੇਮ ਨਹੀਂ ਕੀਤਾ ਜਾਏਗਾ, ਠੀਕ ਹੈ ਜੀ। ਇਸੇ ਤਰ੍ਹਾਂ ਅੱਗੇ ਦੇਖੋ ਜੀ, ਜਿਹੜੇ ਹੈਗੇ ਆ ਸਾਬਕਾ ਸੈਨਿਕ ਜਿਹੜੇ ਕੋਟੇ ਹੈਗੇ ਆ ਉਹ ਪੰਜਾਬ ਦੇ ਜਿਹੜੇ ਹੈਗੇ ਸਿਰਫ ਪੰਜਾਬ ਦੇ ਲੋਕਾਂ ਨੂੰ ਮਿਲੇਗਾ, ਅਦਰ ਸਟੇਟ ਜਿਹੜੇ ਹੈਗੇ ਉਹਨਾਂ ਨੂੰ ਕੁਛ ਨਹੀਂ ਮਿਲਣਾ ਹੈਗਾ ਜੀ, ਠੀਕ ਹੈ ਜੀ। ਅੱਗੇ ਨੈਕਸਟ ਤੁਸੀਂ ਦੇਖੋ ਜੀ, ਅੱਗੇ ਸੁਤੰਤਰ ਫਰੀडम ਫਾਈਟਰ ਦਾ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਹੈਗਾ। ਖਿਡਾਰੀਆਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਸਰਟੀਫਿਕੇਟ ਤੁਹਾਡੇ ਕੋਲ ਹੋਣੇ ਬਹੁਤ ਜ਼ਰੂਰੀ ਹੈਗੇ ਆ। ਔਰ ਇੱਥੇ ਜਿਹੜੀ ਹੈਗੀ ਮੇਨ ਗੱਲਾਂ ਤੁਹਾਨੂੰ ਮੈਂ ਸਾਰੀਆਂ ਉਹ ਦੱਸ ਦਿੱਤੀਆਂ ਹੈਗੀਆਂ ਜੀ। ਬਾਕੀ ਤੁਹਾਡੇ ਜਿਹੜੇ ਹੈਗੇ ਮੇਨ ਜਿਹੜਾ ਹੈਗਾ ਡੇਟ ਆਫ ਬਰਥ ਦਾ ਸਰਟੀਫਿਕੇਟ ਜਿਹੜਾ ਹੈਗਾ ਜੀ ਡਾਕੂਮੈਂਟ ਦੇ ਵਿੱਚ ਚੈੱਕ ਹੋਣਾ ਹੈਗਾ, ਉਹ ਜ਼ਰੂਰੀ ਹੈਗਾ। ਉਹ ਤੁਹਾਡਾ 10th ਦਾ ਸਰਟੀਫਿਕੇਟ ਜਿਹੜਾ ਹੋਏਗਾ ਉਹ ਸਾਰੀ ਡੇਟ ਆਫ ਬਰਥ ਨੂੰ ਪੂਰੀ ਕਰੇਗਾ। ਫਿਰ ਤੁਹਾਡੇ ਕੋਲ ਜਿਹੜਾ ਹੈਗਾ ਪੰਜਾਬ ਦੇ ਰੈਜ਼ੀਡੈਂਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈਗਾ। ਪੰਜਾਬ ਦੇ ਵਿੱਚ ਤੁਹਾਡੇ ਕੋਲ ਪੰਜਾਬੀ ਸਬਜੈਕਟ ਐਜ ਏ ਪੰਜਾਬੀ ਸਬਜੈਕਟ ਹੋਣਾ ਬਹੁਤ ਜ਼ਰੂਰੀ ਹੈਗਾ ਜੀ, ਠੀਕ ਹੈ ਜੀ। ਦੇਖੋ ਲਿਖਿਆ ਹੋਇਆ ਇਹਨਾਂ ਨੇ, ਉਮੀਦਵਾਰ ਘੱਟ ਤੋਂ ਘੱਟ 10ਵੀਂ ਪੱਧਰ ਦੀ ਪੰਜਾਬੀ ਪਾਸ ਹੋਵੇ, ਠੀਕ ਹੈ ਜੀ। ਬਾਕੀ ਜੇ ਹੋਰ ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਹੈਗੇ ਜਿਹੜੀ ਆ ਆਪਣੀ ਪਰੇਸ਼ਾਨੀ ਦੱਸ ਸਕਦੇ ਹੋ, ਕਿਉਂਕਿ ਜਿਹੜੀ ਮੇਨ ਗੱਲਾਂ ਸੀ ਉਹ ਮੈਂ ਤੁਹਾਨੂੰ ਦੱਸ ਦਿੱਤੀਆਂ ਕਿ ਹੁਣ ਅਸੀਂ ਮੋਸਟ ਆਫ ਸਾਰਾ ਕੁਝ ਹੋ ਹੀ ਗਿਆ ਕਿ ਰਾਜਸਥਾਨ ਦਾ ਸਰਟੀਫਿਕੇਟ ਹੋ ਗਿਆ, BC ਦਾ, SC ਦਾ, ਫਿਰ ਤੁਹਾਡੇ ਕੋਲ ਜਿਹੜਾ ਹੈਗਾ ਆਪਣਾ ਇਹ ਸਾਰੇ ਹੋ ਗਏ। ਹੁਣ ਆਪਾਂ ਨੈਕਸਟ ਜਿਹੜੀ ਗੱਲ ਕਰਦੇ ਹਾਂ ਉਹ ਲੈਕਚਰਾਰ ਦੀ ਗੱਲ ਕਰਦੇ ਹਾਂ। ਥੋੜ੍ਹੀ ਜਿਹੀ ਸਾਥੀਓ ਵੀਡੀਓ ਜਿਹੜੀ ਹੈਗੀ ਆ ਉਹ ਵੱਡੀ ਬਣ ਸਕਦੀ ਆ, ਪਰ ਤੁਸੀਂ ਇਸੇ ਤਰ੍ਹਾਂ ਜਿਹੜੀ ਹੈਗੀ ਆ ਉਹ ਜਿਹੜੇ ਹੈਗੇ ਆ ਚੈਨਲ ਨੂੰ ਜਿਹੜੇ ਹੈਗੇ ਆ ਸਾਥ ਦਿੰਦੇ ਰਹਿਣਾ ਹੈਗਾ, ਚੈਨਲ ਨੂੰ ਲਾਈਕ ਕਰਨਾ ਤਾਂ ਚੈਨਲ ਦੇ ਨਾਲ ਜਿਹੜੀ ਹੈਗੀ ਉਹ ਜੁੜੇ ਰਹਿਣਾ। ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਲੈਕਚਰਾਰ ਦੀ ਜਿਹੜੀ ਪੋਸਟਾਂ ਨਿਕਲੀ ਹੋਈਆਂ ਜੀ,
ਲੈਕਚਰਾਰ ਦੀਆਂ ਤੁਸੀਂ ਦੇਖ ਲਓ, ਲੈਕਚਰਾਰ ਦੀ ਜਿਹੜੀ ਹੈਗੀ ਉਹ ਅਲੱਗ-ਅਲੱਗ ਵਿਸ਼ੇ ਦੀਆਂ ਜਿਹੜੀ ਹੈਗੀਆਂ ਪੋਸਟਾਂ ਨਿਕਲੀਆਂ ਹੋਈਆਂ ਜੀ। ਇੱਥੇ ਵਿੱਚ ਦੇਖੋ ਜੀ ਇਕਨੋਮਿਕਸ ਦੀਆਂ ਪੋਸਟਾਂ ਜਿਹੜੀਆਂ ਇਹਨਾਂ ਨੇ ਕੱਢੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਜਿਹੜੀ ਹੈਗੀ ਆਲ ਓਵਰ ਜਿਹੜੀ ਹੈਗੀ 18 ਪੋਸਟਾਂ ਕੱਢੀਆਂ ਇਹਨਾਂ ਨੇ। ਠੀਕ ਹੈ ਜੀ, ਆਲ ਓਵਰ ਜਿਹੜੀ ਹੈਗੀ। ਹੁਣ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਇਹ ਲੈਕਚਰਾਰ ਜਿਹੜੇ ਪੋਸਟਾਂ ਕੌਣ ਫਿਲ ਕਰ ਸਕਦੇ ਹੈਗੇ ਆ। ਦੇਖੋ ਜੀ ਇਹਨਾਂ ਦੀ ਐਲੀਜੀਬਿਲਟੀ ਜਿਹੜੀ ਹੈਗੀ ਆ ਉਹ ਲੈਕਚਰਾਰ ਜੀ ਤੁਹਾਡੇ ਕੋਲ ਬੀਐਡ ਦੇ ਵਿੱਚ ਤੁਸੀਂ ਜਿਹੜੀ ਹੈਗੀ ਆ ਇਕਨੋਮਿਕਸ ਤੁਹਾਡੇ ਕੋਲ ਹੋਣੀ ਜ਼ਰੂਰੀ ਹੈਗੀ ਆ। ਨਾਲ ਦੀ ਨਾਲ ਜਿਹੜੀ ਹੈਗੀ ਆ ਤੁਹਾਡੇ ਕੋਲ ਐਮਏ ਮਾਸਟਰ ਡਿਗਰੀ ਆਫ ਜਿਸ ਸਬਜੈਕਟ ਦੇ ਤੁਸੀਂ ਜਿਹੜੇ ਹੈਗੇ ਆ ਉਹ ਟੀਚਰਸ ਲੱਗਣਾ ਚਾਹੁੰਦੇ ਹੋ, ਉਸ ਸਬਜੈਕਟ ਦੀ ਤੁਹਾਡੇ ਕੋਲ ਹੈਗੀ ਆ ਮਾਸਟਰ ਡਿਗਰੀ ਹੋਣੀ ਚਾਹੀਦੀ ਹੈਗੀ ਆ। ਅਤੇ ਇਹਨਾਂ ਸਬਜੈਕਟਾਂ ਦੀ ਕੀ ਹੈਗੀ ਆ, ਕੀ ਬੈਨੀਫਿਟ ਕੀ ਹੈਗਾ ਕਿ ਇਹਨਾਂ ਪੋਸਟਾਂ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਕੋਈ ਵੀ ਪੀ-ਟੈਟ ਦੀ ਲੋੜ ਨਹੀਂ ਹੁੰਦੀ ਹੈਗੀ ਸਾਥੀਓ, ਬਿਲਕੁਲ ਵੀ ਨਹੀਂ। ਜਿਹੜੀ ਹੈਗੀ ਆ ਉਹ ਪੀ-ਟੈਟ ਨਹੀਂ ਵੀ ਕਲੀਅਰ ਹੋਏਗਾ, ਫਿਰ ਵੀ ਤੁਸੀਂ ਜਿਹੜੇ ਹੈਗੇ ਤੁਹਾਡੇ ਕੋਲ ਐਮਏ ਬੀਐਡ ਹੈਗੀ ਆ ਤਾਂ ਤੁਸੀਂ ਜਿਹੜੇ ਹੈਗੇ ਆ ਉਹ ਇਸ ਪੋਸਟ ਵਾਲੀ ਐਲੀਜੀਬਲ ਹੋ। ਇਸੇ ਤਰ੍ਹਾਂ ਤੁਸੀਂ ਦੇਖੋ ਲੈਕਚਰਰ ਕਮਰਸ ਜਿਹੜੇ ਹੈਗੇ ਆ 43 ਪੋਸਟਾਂ ਇਹਨਾਂ ਦੀਆਂ ਹੈਗੀਆਂ। ਠੀਕ ਹੈ ਜੀ, ਇਹਨਾਂ ਵਿੱਚ ਵੀ ਜਿਹੜੀ ਹੈਗੀ ਹੈ ਤੁਹਾਡੇ ਕੋਲ ਐਮ.ਕੌਮ ਪਲੱਸ ਬੀਐਡ ਹੋਣੀ ਚਾਹੀਦੀ ਹੈਗੀ ਆ। ਠੀਕ ਹੈ ਜੀ, ਉਸ ਦੇ ਨਾਲ ਦੀ ਨਾਲ ਤੁਸੀਂ ਜਿਹੜੇ ਹੈਗੇ ਮੈਥ ਦੀਆਂ ਦੇਖ ਲਓ, ਇਹਨਾਂ ਵਿੱਚ ਵੀ ਹੈਗੀ ਐਮਐਸਸੀ ਮੈਥ ਪਲੱਸ ਬੀਐਡ, ਜਿਨ੍ਹਾਂ ਦੀ ਹੈਗੀ 68 ਪੋਸਟਾਂ ਜਿਹੜੀਆਂ ਹੈਗੀਆਂ ਲੈਕਚਰਰ ਦੀਆਂ ਇਹਨਾਂ ਨੇ ਕੱਢੀਆਂ ਹੋਈਆਂ ਨੇ। ਠੀਕ ਹੈ ਜੀ, ਇੱਥੇ ਦੇਖੋ ਹੁਣ ਹਿਸਟਰੀ ਦੇਖ ਲਓ ਜੀ। ਹਿਸਟਰੀ ਦਾ ਦੇਖੋ, ਤੁਹਾਨੂੰ ਹਿਸਟਰੀ ਤੁਹਾਨੂੰ ਸਮਝਾਉਣ ਦੇ ਲੈਣਾ ਹੈਗਾ 130 ਜਿਹੜੇ ਹੈਗੇ ਆ ਇਹਨਾਂ ਨੇ ਫਰੈਸ਼ ਪੋਸਟਾਂ ਕੱਢੀਆਂ, 12 ਜਿਹੜੀ ਹੈ ਬੈਕਲੋਗ ਦੀਆਂ, ਆਲ ਓਵਰ ਜਿਹੜੀ ਹੈਗੀ 142 ਜਿਹੜੀ ਸਭ ਤੋਂ ਜ਼ਿਆਦਾ ਪੋਸਟਾਂ ਇਹਨਾਂ ਨੇ ਇੱਥੇ ਲੈਕਚਰਾਰ ਦੀ ਹਿਸਟਰੀ ਦੀ ਕੱਢੀਆਂ। ਔਰ ਇੱਥੇ ਵੀ ਐਲੀਜੀਬਿਲਟੀ ਜਿਹੜੀ ਸੇਮ ਤੁਹਾਨੂੰ ਮੈਂ ਬੀਐਡ ਦੀ ਦੱਸੀ ਹੋਈ ਹੈ। ਠੀਕ ਹੈ ਜੀ, ਤੁਹਾਡੇ ਕੋਲ ਜਿਹੜੇ ਹੈਗੇ ਐਜ ਜਿਹਨੂੰ ਕਹਿ ਦਈਏ ਆਪਾਂ 3 ਸਾਲ ਦੇ ਵਿੱਚ ਜਿਹੜੇ ਹੈਗੇ ਆ ਉਹ ਹਿਸਟਰੀ ਦਾ ਜਿਹੜਾ ਹੈਗਾ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਜਿਹੜੇ ਹੈਗੇ 2 ਸਬਜੈਕਟ ਜਿਹੜੇ ਹੈਗੇ ਉਹ ਪੜ੍ਹੇ ਹੋਣੇ ਚਾਹੀਦੇ ਹੈਗੇ ਆ। ਅਤੇ ਤੁਹਾਡੇ ਕੋਲ ਜਿਹੜੀ ਹੈਗੀ ਐਮਏ ਹਿਸਟਰੀ ਹੋਣੀ ਬਹੁਤ ਜ਼ਰੂਰੀ ਹੈਗੀ ਆ, ਪਲੱਸ ਬੀਐਡ ਜਿਹੜੀ ਹੋਣੀ ਚਾਹੀਦੀ ਹੈ। ਪੀ-ਟੈਟ ਤੁਹਾਡਾ ਪੀ-ਟੈਟ ਦੀ ਇਸ ਪੋਸਟਾਂ ਦੇ ਵਿੱਚ ਜਿਹੜੀ ਹੈਗੀ ਬਿਲਕੁਲ ਵੀ ਜਿਹੜੀ ਹੈਗੀ ਆ ਉਹ ਜ਼ਰੂਰਤ ਨਹੀਂ ਹੁੰਦੀ। ਪੋਲੀਟੀਕਲ ਸਾਇੰਸ ਦੇ ਵਿੱਚ ਵੀ ਸੇਮ ਹੈਗੀ ਹੈ ਜੀ, ਤੁਹਾਨੂੰ 3 ਸਾਲ ਤੁਸੀਂ ਜਿਹੜੀ ਹੈਗੀ ਹੈ ਪੋਲੀਟੀਕਲ ਸਾਇੰਸ ਜਿਹੜੀ ਹੈਗੀ ਗ੍ਰੈਜੂਏਸ਼ਨ 'ਚ ਪੜ੍ਹੀ ਹੋਵੇ ਵੀ, ਅਤੇ ਤੁਹਾਡੇ ਕੋਲ ਜਿਹੜੀ ਹੈਗੀ ਹੈ ਐਮਏ ਪੋਲੀਟੀਕਲ ਸਾਇੰਸ ਪਲੱਸ ਬੀਐਡ ਹੋਣੀ ਚਾਹੀਦੀ ਹੈਗੀ ਆ। ਆਹ ਸਾਰੀ ਦੀ ਸਾਰੀ ਜਿਹੜੀ ਹੈਗੀ ਤੁਸੀਂ ਦੇਖ ਲਓ, ਇਹਨਾਂ ਦੀ ਜਿਹੜੀ ਹੈਗੀ ਆ ਘੱਟੋ ਘੱਟ ਜਿਹੜੇ ਹੈਗੇ ਇਕਨੋਮਿਕਸ ਦੇ ਆਪਾਂ ਸ਼ੁੱਡ ਹੈਵ ਪਾਸਡ ਐਮਏ ਇਕਨੋਮਿਕਸ, ਮਤਲਬ ਇਕਨੋਮਿਕਸ ਵਿਦ ਲਿਸਟ 55 ਮਾਰਕਸ ਐਂਡ ਸ਼ੁੱਡ ਹੈਵ ਪਾਸਡ ਬੀਐਡ ਵਿਚ ਟੀਚਿੰਗ ਸਬਜੈਕਟ ਆਫ ਇਕਨੋਮਿਕਸ ਫੋਰ ਰੈਕਗਨਾਈਜ਼ਡ ਯੂਨੀਵਰਸਿਟੀ ਆਫ। ਠੀਕ ਹੈ ਜੀ, ਇਸ ਦਾ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਜਿਹੜੇ ਹੈਗੇ ਆ ਐਮਏ 'ਚੋਂ 55% ਜਿਹੜੇ ਹੈਗੇ ਆ ਉਹ ਨੰਬਰ ਜਿਹੜੇ ਹੈਗੇ ਆ ਹੋਣੇ ਚਾਹੀਦੇ ਹੈਗੇ ਆ। ਠੀਕ ਹੈ ਜੀ, ਜੇ ਤੁਸੀਂ ਐਸਸੀ ਜਾਂ ਓਬੀਸੀ ਕੈਟੇਗਰੀ ਦੇ ਹੋ ਤਾਂ ਤੁਹਾਡੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਮੈਂ ਦੇਖਦਾ ਜੇ ਛੂਟ ਦਿੱਤੀ ਹੋਏਗੀ ਤਾਂ ਤੁਸੀਂ ਜਿਹੜੇ ਹੈਗੇ ਆ ਉਸ ਛੂਟ ਦਾ ਬੈਨੀਫਿਟ ਮੈਨੂੰ ਸਾਥੀਓ ਜੇ ਕਲੀਅਰ ਨਹੀਂ ਹੋ ਰਿਹਾ ਤਾਂ ਸ਼ਾਇਦ ਮਤਲਬ ਕਿ ਇਸ ਦੇ ਵਿੱਚ ਜਿਹੜੇ ਹੈਗੇ ਐਸਸੀ ਅਤੇ ਓਬੀਸੀ ਜਿਹੜੇ ਹੈਗੇ ਆ ਉਹਨਾਂ ਨੂੰ 50% ਜਿਹੜੀ ਹੈਗੀ ਆਪਣੇ ਐਮਏ ਦੇ ਵਿੱਚ ਨੰਬਰ ਹੋਣੇ ਚਾਹੀਦੇ ਹੈਗੇ ਆ। ਇਸੇ ਨਾਲ ਹੀ ਇਹਨਾਂ ਜਿਹੜਾ ਹੈਗਾ ਉਹ 150 ਅੰਕ ਦਾ। ਦੇਖੋ ਜੀ ਇਹ ਗੱਲ ਵੀ ਤੁਸੀਂ ਨੋਟ ਕਰ ਲੈਣੀ ਹੈਗੀ ਹੈ ਜੀ ਹੁਣ ਕਿ ਇਹਨਾਂ ਦਾ ਜਿਹੜਾ ਹੈਗਾ ਉਹ ਪੇਪਰ 150 ਨੰਬਰ ਦਾ ਹੋਣਾ ਹੈਗਾ ਜੀ। ਠੀਕ ਹੈ ਜੀ, ਔਰ 150 ਕੁਐਸਚਨ ਜਿਹੜੇ ਹੈਗੇ ਆ ਜਿਸ ਸਬਜੈਕਟ ਦੇ ਤੁਸੀਂ ਜਿਹੜੇ ਹੈਗੇ ਆ ਲੈਕਚਰਾਰ ਦੀ ਜਿਹੜੀ ਤਿਆਰੀ ਕਰਦੇ ਪਏ ਹੋ ਉਸ 150 ਕੁਐਸਚਨ ਜਿਹੜੇ ਹੈਗੇ ਲੈਕਚਰਾਰ ਦੇ ਹੀ ਆਉਣੇ ਹੈਗੇ ਆ। ਜੇ ਤੁਸੀਂ ਮੰਨ ਲਓ ਕਿ ਹਿਸਟਰੀ ਦਾ ਪੇਪਰ ਭਰ ਰਹੇ ਹੋ ਤਾਂ ਜੇ ਤੁਸੀਂ ਹਿਸਟਰੀ ਦਾ ਭਰ ਰਹੇ ਹੋ ਤਾਂ ਤੁਹਾਡੇ 150 ਕੁਐਸਚਨ ਜਿਹੜੇ ਹੈਗੇ ਆ ਹਿਸਟਰੀ ਦੇ ਆਉਣੇ ਹੈਗੇ। ਇਸ ਵਿੱਚ ਕੋਈ ਵੀ ਜੋਗ੍ਰਾਫੀ ਨਹੀਂ ਆਉਣੀ ਹੈਗੀ, ਕੋਈ ਸਿਵਿਕਸ ਨਹੀਂ ਆਉਣੀ, ਕੋਈ ਇਕਨੋਮਿਕਸ ਨਹੀਂ ਆਉਣੀ, ਕਿਉਂਕਿ ਮਾਸਟਰ ਕੈਡਟ ਅਤੇ ਇਹਦੇ ਵਿੱਚ ਜਿਹੜਾ ਹੈਗਾ ਜ਼ਮੀਨ ਆਸਮਾਨ ਦਾ ਫਰਕ ਹੈਗਾ। ਠੀਕ ਹੈ ਜੀ, ਉਹਨਾਂ ਦੇ ਵਿੱਚ ਤੁਸੀਂ ਆਪਸ਼ਨ ਦੇ ਵਿੱਚ ਜਿਹੜੇ ਹੈਗੇ ਸੀ 75 ਕੁਐਸਚਨ ਕੋਈ ਕਰਨੇ ਪੈਂਦੇ ਆ, ਪਰ ਇਸ ਦੇ ਵਿੱਚ ਜਿਹੜੇ ਹੈਗੇ ਆ ਅਤੇ ਤੁਸੀਂ 150 ਕੁਐਸਚਨ ਜਿਹੜੇ ਹੈਗੇ ਹਿਸਟਰੀ ਦੇ ਕਰਨੇ ਹੈਗੇ ਆ। ਠੀਕ ਹੈ ਜੀ, ਜੇ ਤੁਸੀਂ ਮੰਨ ਲਓ ਕਿ ਸੇਮ ਜਿਹੜੇ ਨੰਬਰ ਜਿਹੜੇ ਹੈਗੇ ਆ ਬੱਚਿਆਂ ਦੇ ਆ ਜਾਂਦੇ ਆ, ਮੰਨ ਲਓ ਕਿ 142 ਇੱਕ ਬੱਚੇ ਦੇ ਆ ਗਏ ਆ, 142 ਇੱਕ ਬੱਚੇ ਦੇ ਆ ਗਏ ਆ, ਇਹਨਾਂ ਵਿੱਚ ਜਿਹਨਾਂ ਦੀ ਜਿਹੜੀ ਹੈਗੀ ਉਮਰ ਏਜ ਜਿਹੜੀ ਹੈਗੀ ਆ ਵੱਧ ਹੋਵੇਗੀ ਤਾਂ ਉਹਨਾਂ ਨੂੰ ਜਿਹੜੀ ਹੈਗੀ ਪਹਿਲ ਦਿੱਤੀ ਜਾਏਗੀ। ਮੰਨ ਲਓ ਕਿ ਇਹ ਵੀ ਸੇਮ ਹੋ ਜਾਂਦਾ, ਫਿਰ ਜਿਨ੍ਹਾਂ ਦੇ ਜਿਹੜੇ ਹੈਗੇ ਅਗਰ ਐਮਏ ਦੇ ਵਿੱਚ ਨੰਬਰ ਜ਼ਿਆਦਾ ਹੋਣਗੇ ਤੁਹਾਨੂੰ ਪਹਿਲ ਦਿੱਤੀ ਜਾਵੇਗੀ। ਇਹ ਸਾਰੀਆਂ ਕੰਡੀਸ਼ਨਾਂ ਸੀ ਸੇਮ ਕੰਡੀਸ਼ਨਾਂ ਤਾਂ ਸੇਮ ਰਹਿਣੀਆਂ ਹੁੰਦੀਆਂ ਹੈਗੀਆਂ। ਹੁਣ ਇੱਥੇ ਜਿਹੜੀ ਮੇਨ ਗੱਲ ਜਿਹੜੀ ਹੈਗੀ ਆ ਅਤੇ ਕਿ ਤੁਹਾਡੇ ਸਾਰੇ ਦੇ ਸਾਰੇ ਆਪਣੇ ਜਿਹੜੇ ਹੈਗੇ ਆ ਸਰਟੀਫਿਕੇਟ ਜਿਹੜੇ ਹੈਗੇ ਉਹ ਅਪਡੇਟ ਹੋਣੇ ਚਾਹੀਦੇ ਆ। ਘੱਟੋ ਘੱਟ 3 ਸਾਲ ਤੋਂ ਜ਼ਿਆਦਾ ਉੱਪਰ ਅਪਡੇਟ ਵਾਲੇ ਜਿਹੜੇ ਹੈਗੇ ਸਰਟੀਫਿਕੇਟ ਨਹੀਂ, ਕੋਸ਼ਿਸ਼ ਕਰਿਓ ਕਿ ਸਾਰੇ ਦੇ ਸਾਰੇ ਸਰਟੀਫਿਕੇਟ ਜਿਹੜੇ ਹੈਗੇ ਆ ਉਹ 30 ਤੋਂ ਪਹਿਲਾਂ ਤੁਹਾਡੇ ਕੋਲ ਹੋ ਜਾਣੇ ਚਾਹੀਦੇ ਆ। ਹੁਣ ਇੱਥੇ ਜਿਹੜੇ ਇੱਕ ਕੁਐਸਚਨ ਬਹੁਤ ਵੱਡਾ ਆ ਰਿਹਾ ਕਿ ਜਿਨ੍ਹਾਂ ਬੱਚਿਆਂ ਨੇ ਪੀ-ਟੈਟ ਹੁਣ ਫਿਲ ਕੀਤਾ ਹੋਇਆ ਕੀ ਗੱਲ ਉਹ ਬੱਚੇ ਐਲੀਜੀਬਲ ਹੈਗੇ ਆ। ਬਹੁਤ ਵਾਰ ਸਾਨੂੰ ਕੁਐਸਚਨ ਪੁੱਛਿਆ ਜਾ ਰਿਹਾ, ਮੈਸੇਜ ਕਰਕੇ ਪੁੱਛਿਆ ਜਾ ਰਿਹਾ ਕਿ ਸਰ ਅਸੀਂ ਜਿਹੜੇ ਹੈਗੇ ਇਸ ਪੋਸਟ ਵਾਲੇ ਜਿਹੜੇ ਐਲੀਜੀਬਲ ਹੈਗੇ ਆ ਕਿ ਨਹੀਂ ਹੈਗੇ। ਔਰ ਮੈਂ ਆਪਣੀ ਵੀਡੀਓ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਉਹ ਬੱਚੇ ਜਿਹੜੇ ਹੈਗੇ ਉਹ ਇਸ ਪੋਸਟ ਵਾਲੇ ਐਲੀਜੀਬਲ ਹੈਗੇ ਨੇ, ਪਰ ਕਦੋਂ ਜੋ ਉਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਉਹ ਆਊਟ ਹੋ ਜਾਵੇਗਾ। ਰਿਜ਼ਲਟ ਆਉਣ ਤੋਂ ਬਾਅਦ ਜਿਹੜੇ ਹੈਗੇ ਉਹ ਬੱਚੇ ਇਹ ਪੋਸਟਾਂ ਫਿਲ ਕਰ ਸਕਦੇ ਹੈਗੇ ਆ, ਕਿਉਂਕਿ ਤੁਹਾਡਾ ਰਿਜ਼ਲਟ ਜਿਹੜਾ ਹੈਗਾ ਪੀ-ਟੈਟ ਦਸੰਬਰ ਵਾਲਿਆਂ ਦਾ 24 ਤਰੀਕ ਜਾਂ 24 ਤਰੀਕ ਤੋਂ ਪਹਿਲਾਂ ਜਿਹੜਾ ਹੈਗਾ ਉਹ ਆ ਰਿਹਾ। ਬਹੁਤ ਸੰਭਾਵਨਾ ਜਿਹੜੀ ਹੈਗੀ ਆ ਬਣ ਚੁੱਕੀ ਹੈਗੀ ਆ।
ਤਾਂ ਤੁਸੀਂ ਸਾਰੇ ਬੱਚਿਆਂ ਨੂੰ ਇਹ ਮੈਂ ਆਪਣੇ ਚੈਨਲ ਦੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਕੋਈ ਕੇਸ ਨਾ ਲਗਾ ਦਿਓ ਹੁਣ, ਠੀਕ ਹੈ ਜੀ। ਇਹ ਨਾ ਹੋਏ ਕਿ ਤੁਸੀਂ ਕੋਈ ਕੇਸ ਲਗਾ ਦਿਓ ਅਤੇ ਕੇਸ ਲਗਾਉਣ ਦੇ ਨਾਲ ਤੁਹਾਡੀਆਂ ਜਿਹੜੀਆਂ ਪੋਸਟਾਂ ਜਿਹੜੀਆਂ ਨਵੀਆਂ ਆਈਆਂ ਇਹ ਖ਼ਰਾਬ ਹੋ ਜਾਣ। 24 ਤਰੀਕ ਤੱਕ ਤੁਸੀਂ ਜਿਹੜਾ ਹੈਗਾ ਵੇਟ ਕਰਨੀ ਹੈਗੀ ਆ, ਬਿਲਕੁਲ ਇੰਤਜ਼ਾਰ ਕਰਨਾ ਹੈਗਾ। 24 ਤਰੀਕ ਤੋਂ ਬਾਅਦ ਜੇ ਕੋਈ ਮਤਲਬ ਕਿ ਰਿਜ਼ਲਟ ਨਹੀਂ ਆਉਂਦਾ ਫਿਰ ਤੁਸੀਂ ਕੋਈ ਐਕਸ਼ਨ ਲੈ ਲਿਓ। 24 ਤੋਂ ਪਹਿਲਾਂ ਕੋਈ ਵੀ ਕੇਸ ਲਗਾਉਣ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਪੋਸਟਾਂ ਫਿਲ ਕਰਨ ਦੇ ਬਸ ਕਰਨ ਦੇ ਲਈ 6 ਦਿਨ ਤੁਹਾਡੇ ਕੋਲ ਮਿਲੇ ਹੈਗੇ ਆ, 1 ਹਫ਼ਤਾ ਹੈਗਾ ਆ। ਤਾਂ ਰਿਜ਼ਲਟ ਜਿਹਨਾਂ ਦੇ ਬੱਚੇ ਕੁਆਲੀਫਾਈ ਹੋਣਗੇ ਤਾਂ ਉਹ ਬੱਚੇ ਜਿਹੜੇ ਹੈਗੇ ਆ ਉਹ ਇਸ ਪੋਸਟਾਂ ਦੇ ਲਈ ਜਿਹੜੇ ਹੈਗੇ ਉਹ ਐਲੀਜੀਬਿਲਟੀ ਉਹਨਾਂ ਦੀ ਬਣਦੀ ਹੈਗੀ ਹੈ ਜੀ। ਠੀਕ ਹੈ ਜੀ। ਇਹ ਸਾਥੀਓ ਇਹ ਸੀ ਛੋਟੀ ਜਿਹੀ ਜਿਹੜੀ ਹੈਗੀ ਹਾਂ ਇੱਕ ਪੇਪਰ ਬਾਰੇ ਬਹੁਤ ਮੈਸੇਜ ਆ ਰਹੇ ਆ ਜੀ। ਦੇਖੋ ਜੀ ਤੁਹਾਡਾ ਪੇਪਰ ਜਿਹੜਾ ਹੈਗਾ 30 ਤੱਕ ਜਿਹੜੀ ਹੈਗੀ ਉਹ ਲਾਸਟ ਡੇਟ ਹੈਗੀ ਫਾਰਮ ਫਿਲ ਕਰਨ ਦੀ। ਟਿਲ 15 ਦਿਨ ਹੋਰ ਮਿਲਣਗੇ ਤੁਹਾਨੂੰ ਜੀ। 15 ਦਿਨ ਤੁਸੀਂ ਹੋਰ ਤਿਆਰੀ ਕਰਨੀ ਹੈਗੀ ਆ, ਨਹੀਂ ਤਾਂ ਫਰਵਰੀ ਲਾਸਟ 'ਚ ਪੇਪਰ ਨਹੀਂ ਹੋਏਗਾ। ਫਿਰ ਤੁਹਾਡੇ ਪੇਪਰ ਜਿਹੜੇ ਹੈਗਾ ਉਹ ਇਲੈਕਸ਼ਨ ਤੋਂ ਬਾਅਦ ਹੋਏਗਾ ਜੀ। ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲੈਣਾ ਹੈਗਾ ਜੀ ਕਿ ਤੁਹਾਡੀਆਂ ਜਿਹੜੀਆਂ ਇਹ ਪੋਸਟਾਂ ਨਿਕਲੀਆਂ ਹੋਈਆਂ ਨੇ 31 ਮਾਰਚ 2022 ਤੱਕ ਜਿਹੜੀਆਂ ਹੈਗੀਆਂ ਪੋਸਟਾਂ, ਜਿਹਨੇ ਟੀਚਰ ਸੀ ਜਿਹਨਾਂ ਦੀ ਰਿਟਾਇਰਮੈਂਟ ਸੀ ਉਹਨਾਂ ਦੇ ਥਾਂ 'ਤੇ ਤੁਹਾਨੂੰ ਰੱਖਣਾ ਹੈਗਾ ਜੀ ਇਹਨਾਂ ਨਵੀਂ ਪੋਸਟਾਂ 'ਤੇ। ਅਤੇ ਉਹ 31 ਮਾਰਚ 2021 ਤੱਕ ਤਾਂ ਉਹ ਟੀਚਰ ਜਦ ਤੱਕ ਨਹੀਂ ਜਾਣਗੇ ਤਦ ਤੱਕ ਤੁਸੀਂ ਇਹ ਸੋਚ ਕੇ ਚਲੋ ਕਿ ਤੁਹਾਡੀ ਜਿਹੜੀ ਹੈਗੀ ਜੁਆਇਨਿੰਗ ਜਿਹੜੀ ਹੈਗੀ 31 ਮਾਰਚ ਤੋਂ ਬਾਅਦ ਹੀ ਹੋਵੇਗੀ। ਇਸ ਨੂੰ ਤੁਸੀਂ ਨੋਟ ਹੀ ਕਰ ਲਓ ਕਿ 31 ਮਾਰਚ 2021 ਤੱਕ ਜਿਹੜੇ ਹੈਗੇ ਟੀਚਰ ਸਾਰੇ ਰਿਟਾਇਰ ਹੋ ਜਾਣੇ ਹੈਗੇ ਆ, ਉਹਨਾਂ ਦੀ ਜਗ੍ਹਾ ਤੁਸੀਂ ਲੱਗਣਾ ਹੈਗਾ। ਤਾਂ ਉਹ ਪ੍ਰੋਸੈਸ ਜਿਹੜਾ ਹੈਗਾ ਥੋੜ੍ਹਾ ਲੰਬਾ ਜਾ ਸਕਦਾ ਜੀ ਸਾਥੀਓ। ਤਾਂ ਫਿਲਹਾਲ ਜਿਹੜੀ ਹੈਗੀ ਹੈ ਤੁਹਾਡੀ ਜਿਹੜੀ ਹੈਗੀ ਆ ਜਾਂ ਤਾਂ ਇਲੈਕਸ਼ਨ ਤੋਂ 1 ਹਫ਼ਤਾ ਪਹਿਲਾਂ ਜਾਂ ਇਲੈਕਸ਼ਨ ਹੋਣ ਤੋਂ 1 ਹਫ਼ਤਾ ਬਾਅਦ ਵਿੱਚ ਜਿਹੜੀ ਹੈਗੀ 100% ਤੁਹਾਡਾ ਹੈਗਾ ਉਹ ਤੁਹਾਡਾ ਪੇਪਰ ਹੋ ਜਾਵੇਗਾ। ਫਿਰ ਤੁਹਾਡੀ ਜਿਹੜੀ ਸਿਕਿਉਰਿਟੀ ਵਗੈਰਾ ਕਾਉਂਸਲਿੰਗ ਵਗੈਰਾ 15-20 ਦਿਨ ਟਾਈਮ ਉਹ ਵੇਸਟ ਹੋ ਜਾਂਦਾ ਹੈਗਾ। ਇੱਦਾਂ ਕਰਦੇ ਜਿਹੜਾ ਹੈਗਾ ਉਹ ਮਾਰਚ ਤੱਕ ਤੁਹਾਡਾ ਸਾਰੇ ਦਾ ਸਾਰਾ ਜਿਹੜਾ ਹੈਗਾ ਪ੍ਰੋਸੈਸ ਜਿਹੜਾ ਹੈਗਾ ਉਹ ਤੁਰਿਆ ਰਹੇਗਾ। ਠੀਕ ਆ ਜੀ। ਇਹ ਸੀ ਅੱਜ ਦੀ ਸਾਡੀ ਜਿਹੜੀ ਵੀਡੀਓ। ਅਸੀਂ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਤੁਹਾਨੂੰ ਪੂਰੀ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਤਾਂ ਤੁਸੀਂ ਇਸੇ ਤਰ੍ਹਾਂ ਚੈਨਲ ਦੇ ਨਾਲ ਜੁੜੇ ਰਹਿਣਾ ਹੈਗਾ, ਕਿਉਂਕਿ ਸਾਥੀਓ ਆਪਾਂ ਵੀ ਜਿਹੜੇ ਹੈਗੇ ਆ ਕਾਫੀ ਬਿਜ਼ੀ ਸ਼ਡਿਊਲ ਚੱਲਦਾ ਪਿਆ ਜੀ। ਤਾਂ ਇੱਕ ਵੀਡੀਓ ਦੇ ਰਾਹੀਂ ਮੈਂ ਵੀਡੀਓ ਤਾਂ 4-5 ਅਲੱਗ-ਅਲੱਗ ਬਣਦੀਆਂ ਸੀ, ਤਾਂ ਮੈਂ ਇੱਕੋ ਵੀਡੀਓ ਵਿੱਚ ਜਿਹੜੀ ਹੈਗੀ ਸਾਰੀ ਡਿਟੇਲ ਦੇਣ ਦੀ ਕੋਸ਼ਿਸ਼ ਕੀਤੀ ਹੈਗੀ। ਹੁਣ ਮੈਂ ਨੈਕਸਟ ਵੀਡੀਓ ਜਿਹੜੀ ਬਣਾਉਂਗਾ ਉਸ ਵੀਡੀਓ ਵਿੱਚ ਅਸੀਂ ਕਿੱਦਾਂ ਫਾਰਮ ਫਿਲ ਕਰਨਾ ਹੈਗਾ ਆਪਣਾ ਪੀਟੈਟ ਦਾ। ਅਤੇ ਹਜੇ ਤੁਸੀਂ ਕੋਈ ਵੀ ਪੀਟੈਟ ਦਾ ਫਾਰਮ ਖੁਦ ਅਪਲਾਈ ਨਾ ਕਰਿਓ ਜਦ ਤੱਕ ਤੁਹਾਨੂੰ ਜਿਹੜੀ ਹੈਗੀ ਫੁੱਲ ਇਨਫੋਰਮੇਸ਼ਨ ਨਾ ਮਿਲ ਜਾਵੇ, ਕਿਉਂਕਿ ਜੇ ਤੁਹਾਡਾ ਪੀਟੈਟ ਦੇ ਵਿੱਚ ਕੋਈ ਮਿਸਟੇਕ ਹੋ ਜਾਂਦੀ ਹੈਗੀ ਹੈ ਤਾਂ ਤੁਹਾਨੂੰ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਉਹ ਪਰੇਸ਼ਾਨੀ ਜਿਹੜੀ ਹੈਗੀ ਉਹ ਪਰੇਸ਼ਾਨੀ ਮਹਿਸੂਸ ਕਰਨੀ ਪਵੇਗੀ, ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਤਾਂ 2-3 ਦਿਨ ਵੇਟ ਤੁਸੀਂ ਕਰ ਲਓ, ਇੰਤਜ਼ਾਰ ਕਰ ਲਓ। ਜਦ ਤੱਕ ਕੋਈ ਵੀਡੀਓ ਜਿਹੜੀ ਹੈਗੀ ਅਪਲੋਡ ਨਹੀਂ ਹੁੰਦੀ ਹੈਗੀ ਤੁਸੀਂ ਉਦੋਂ ਤੱਕ ਕੋਈ ਵੀ ਜਿਹੜੀ ਹੈਗੀ ਆ ਇੱਦਾਂ ਦਾ ਕਦਮ ਨਾ ਚੁੱਕਿਓ ਕਿ ਤੁਹਾਡਾ ਫਾਰਮ ਜਿਹੜਾ ਹੈਗਾ ਉਹ ਗਲਤ ਹੋ ਜਾਵੇਗਾ, ਤੁਹਾਨੂੰ ਬਾਅਦ ਵਿੱਚ ਜਿਹੜੀ ਹੈਗੀ ਉਹ ਪਰੇਸ਼ਾਨੀ ਹੋਵੇਗੀ। ਠੀਕ ਹੈ ਜੀ। ਸੀ ਸਾਥੀਓ ਅੱਜ ਦੀ ਵੀਡੀਓ। ਮੈਂ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੀ ਹੈਗੀ ਉਹ ਵੀਡੀਓ ਜਿਹੜੀ ਹੈਗੀ ਉਹ ਵਧੀਆ ਲੱਗੀ ਹੋਵੇਗੀ। ਤੁਸੀਂ ਇਸੇ ਤਰ੍ਹਾਂ ਜਿਹੜੀ ਹੈਗੀ ਉਹ ਚੈਨਲ ਦੇ ਨਾਲ ਜੁੜੇ ਰਹੋ ਅਤੇ ਜਿਹੜੀ ਹੈਗੀ ਚੈਨਲ ਸਪੋਰਟ ਕਰਦੇ ਰਹੋ। ਥੈਂਕ ਯੂ। ਹੈਵ ਏ ਨਾਈਸ ਡੇ। ਥੈਂਕ ਯੂ।